ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਸੀਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਫੇਰ ਇੱਕ ਵਾਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਹੋ। ਤਾਂ ਆਈਏ ਪਰਮੇਸ਼ਰ ਦਾ ਵਚਨ ਅਸੀਂ ਸੁਣਨ ਲਈ ਜਾ ਰਹੇ ਹਾਂ। ਅੱਜ ਦਾ ਵਿਸ਼ਾ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ ਕਿ ਪਰਮੇਸ਼ਰ ਦੇ ਨੇੜੇ ਜਾਓ ਜਾਂ ਪਰਮੇਸ਼ਰ ਦੇ ਨੇੜੇ ਆਓ। ਕਿਉਂ ਅਸੀਂ ਪਰਮੇਸ਼ਰ ਦੇ ਨੇੜੇ ਆਉਣਾ ਆ? ਕਿਉਂ ਅਸੀਂ ਪਰਮੇਸ਼ਰ ਦੀ ਨਜ਼ਦੀਕੀ ਦੇ ਵਿੱਚ ਰਹਿਣਾ ਆ? ਇਹਨਾਂ ਗੱਲਾਂ ਦੇ ਆਧਾਰ ਤੇ ਅੱਜ ਅਸੀਂ ਇਹਨਾਂ ਵਚਨਾਂ ਨੂੰ ਵੇਖਣ ਲਈ ਜਾ ਰਹੇ ਹਾਂ, ਜਿਨ੍ਹਾਂ ਵਚਨਾਂ ਦੁਆਰਾ ਪਰਮੇਸ਼ਰ ਅੱਜ ਸਾਡੇ ਨਾਲ ਬੋਲੇਗਾ ਔਰ ਗੱਲਬਾਤ ਕਰੇਗਾ। ਤਾਂ ਆਈਏ ਉਸ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਯਾਕੂਬ ਦੀ ਪੱਤਰੀ 4 ਬਾਬ 1 ਤੋਂ ਲੈ ਕੇ 12 ਅਜ ਤੱਕ ਪੜ੍ਹ ਦਈਏ ਜਰਾ। ਪਹਿਲਾਂ 10 ਤੱਕ ਪੜ੍ਹਦੇ ਤੁਸੀਂ। ਯਾਕੂਬ ਦੀ ਪੱਤਰੀ 1 ਤੋਂ ਲੈ ਕੇ 10 ਤੱਕ। ਹਾਂ, 4 ਦੀ 1 ਤੋਂ 10 ਤੱਕ। ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕਿ ਇੱਥੋਂ ਨਹੀਂ, ਅਰਥਾਤ ਤੁਹਾਡੀਆਂ ਭੋਗ ਬਿਲਾਸਾਂ ਤੋਂ, ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ। ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਂਦਾ। ਇਸ ਲਈ ਜੋ ਮੰਗਦੇ ਨਹੀਂ, ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ, ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ। ਹੇ ਵਿਚਾਰਨੋ, ਕੀ ਤੁਹਾਨੂੰ ਮਾਲੂਮ ਨਹੀਂ ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ? ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ, ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ, ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ, ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ, ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਇਸ ਕਾਰਨ ਉਹ ਕਹਿੰਦਾ ਹੈ, ਭਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ। ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ। ਹੇ ਦੋਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ। ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਹਾਲੇਲੂਇਆ। ਅਸੀਂ ਪਰਮੇਸ਼ਰ ਦੇ ਵਚਨ ਚੋਂ ਇਹਨਾਂ ਵਚਨਾਂ ਨੂੰ ਅਸੀਂ ਪੜ੍ਹਿਆ ਆ, ਜਿਹਦੇ ਵਿੱਚ ਪਰਮੇਸ਼ਰ ਦਾ ਦਾਸ ਯਾਕੂਬ, ਜਿਹਦੇ ਦੁਆਰਾ ਪਵਿੱਤਰ ਆਤਮਾ ਪਰਮੇਸ਼ਰ ਸਾਨੂੰ ਦੱਸ ਰਿਹਾ ਆ ਕਿ ਅਸੀਂ ਇੱਕ ਯੁੱਧ ਲੜ ਰਹੇ ਹਾਂ। ਸਭ ਮਸੀਹੀ ਆਪਣੇ ਆਤਮਿਕ ਜੀਵਨ ਦੇ ਵਿੱਚ ਇੱਕ ਲੜਾਈ ਲੜ ਰਹੇ ਨੇ, ਔਰ ਇਹ ਲੜਾਈ 3 ਹਿੱਸਿਆਂ ਦੇ ਵਿੱਚ ਆ, ਜਾਂ 3 ਲੋਕਾਂ ਦੇ ਨਾਲ ਆ, ਜਾਂ 3 ਚੀਜ਼ਾਂ ਦੇ ਨਾਲ ਆ। ਨੰਬਰ 1, ਸਭ ਤੋਂ ਪਹਿਲਾਂ ਇਹ ਲੜਾਈ ਆ ਸਾਡੇ ਸਰੀਰ ਦੇ ਨਾਲ। ਨੰਬਰ 2, ਫਿਰ ਇਹ ਲੜਾਈ ਆ ਸਾਡੀ ਸੰਸਾਰ ਦੇ ਨਾਲ। ਨੰਬਰ 3, ਫਿਰ ਇਹ ਲੜਾਈ ਆ ਸ਼ੈਤਾਨ ਦੇ ਨਾਲ। ਆਤਮਿਕ ਲੜਾਈ 3 ਖੇਤਰਾਂ 'ਚ ਚੱਲ ਰਹੀ ਆ। ਉਹ ਆਤਮਿਕ ਲੜਾਈ 'ਚ ਸਭ ਤੋਂ ਨੰਬਰ 1 ਪਹਿਲਾ ਦੁਸ਼ਮਣ ਹੈ ਸਾਡਾ ਸਰੀਰ, ਦੂਸਰਾ ਦੁਸ਼ਮਣ ਹੈ ਇਹ ਸੰਸਾਰ, ਔਰ ਤੀਸਰਾ ਵੈਰੀ ਹੈ ਸਾਡਾ ਸ਼ੈਤਾਨ। ਇਹ ਜਿਹੜਾ ਯੁੱਧ ਆ, ਇਹ ਯੁੱਧ ਮਸੀਹੀ ਜੀਵਨ ਵਿੱਚ ਹਮੇਸ਼ਾ ਚੱਲਦਾ ਰਹਿੰਦਾ, ਔਰ ਸ਼ੈਤਾਨ ਤੁਹਾਨੂੰ ਇਸ ਯੁੱਧ ਵਿੱਚ ਜਿੱਤਣ ਤੋਂ ਰੋਕਣ ਦਾ ਪੂਰਾ ਯਤਨ ਕਰੇਗਾ। ਸ਼ੈਤਾਨ ਸੰਸਾਰ ਦੇ ਦੁਆਰਾ ਸਰੀਰ ਨੂੰ ਮੋਹਿਤ ਕਰੇਗਾ, ਜਾਂ ਇਸ ਸਰੀਰ ਨੂੰ ਲਾਲਸਾਵਾਂ ਦੇਵੇਗਾ, ਔਰ ਸਾਨੂੰ ਭੜਕਾਉਣ ਦੇ ਲਈ ਇਸ ਜਗਤ ਦਾ ਇਸਤੇਮਾਲ ਕਰੇਗਾ। ਕਿਉਂਕਿ ਜਗਤ, ਸਰੀਰ ਤੇ ਸ਼ੈਤਾਨ, 3 ਚੀਜ਼ਾਂ, ਜਗਤ, ਸਰੀਰ ਤੇ ਸ਼ੈਤਾਨ ਤੁਹਾਨੂੰ ਆਤਮਿਕ ਬੱਚਾ ਹੀ ਰੱਖਣਾ ਚਾਹੁੰਦੇ ਨੇ। ਇਹ ਯੁੱਧ ਦਾ ਕਾਰਨ ਕੀ ਹੈ? ਮੇਨ ਕਿ ਇਹ 3 ਚੀਜ਼ਾਂ ਰਲ ਕੇ ਤੁਹਾਨੂੰ ਆਤਮਾ ਵਿੱਚ ਵਧਣ ਨਹੀਂ ਦੇਣਾ ਚਾਹੁੰਦੇ। ਸ਼ੈਤਾਨ ਨਹੀਂ ਚਾਹੁੰਦਾ ਤੁਸੀਂ ਆਤਮਾ 'ਚ ਵੱਧ ਜਾਓ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਉਹਦੇ ਕੱਦ ਦੇ ਅੰਦਾਜ਼ ਤੱਕ ਕੀ ਕਰਦੇ ਜਾਓ? ਹੌਲੀ ਹੌਲੀ ਵੱਧਦੇ ਜਾਓ।
ਪਰ ਜੇਕਰ ਅਸੀਂ ਬਾਰ-ਬਾਰ ਆਪਣੇ ਸਰੀਰ ਤੋਂ ਹਾਰਦੇ ਹਾਂ, ਜੇਕਰ ਬਾਰ-ਬਾਰ ਅਸੀਂ ਸ਼ੈਤਾਨ ਤੋਂ ਹਾਰਦੇ ਹਾਂ, ਬਾਰ-ਬਾਰ ਅਸੀਂ ਇਸ ਸੰਸਾਰ ਤੋਂ ਹਾਰਦੇ ਹਾਂ, ਤੇ ਹਜੇ ਵੀ ਅਸੀਂ ਬੱਚੇ ਹੀ ਹਾਂ। ਕਿਉਂਕਿ ਬੱਚੇ ਹੀ ਬਾਰ-ਬਾਰ ਕੀ ਕਰਦੇ ਨੇ? ਡਿੱਗਦੇ ਨੇ, ਉੱਠਦੇ ਨੇ, ਡਿੱਗਦੇ ਨੇ, ਉੱਠਦੇ ਨੇ। ਇੱਕ ਸਿਆਣਾ ਜਦੋਂ ਆਪਣੇ ਸਫ਼ਰ 'ਚ ਚੱਲਦਾ ਆ, ਇੱਕ ਬੁੱਧਵਾਨ ਇਨਸਾਨ ਜਦੋਂ ਆਪਣੇ ਸਫ਼ਰ 'ਚ ਚੱਲਦਾ ਆ, ਉਹ ਆਪਣਾ ਭਲਾ ਬੁਰਾ ਸਿਆਣਦਾ ਆ ਔਰ ਸਹੀ ਜਗ੍ਹਾ ਕਦਮ ਰੱਖਦਾ ਆ। ਸਿਆਣਿਆਂ ਨੂੰ ਬਹੁਤ ਘੱਟ ਡਿੱਗਦੇ ਦੇਖਿਆ, ਪਰ ਬੱਚਿਆਂ ਨੂੰ ਕੀ ਕਰਦੇ ਅਸੀਂ? ਅਕਸਰ ਡਿੱਗਦਿਆਂ ਦੇਖਦੇ ਹਾਂ। ਜੇਕਰ ਤੁਸੀਂ ਬਾਰ-ਬਾਰ ਡਿੱਗ ਰਹੇ ਹੋ, ਸੰਸਾਰ ਤੁਹਾਨੂੰ ਸੁੱਟ ਰਿਹਾ, ਸ਼ੈਤਾਨ ਤੁਹਾਨੂੰ ਡਿੱਗ ਰਿਹਾ, ਔਰ ਇਹ ਸਰੀਰ ਤੁਹਾਨੂੰ ਤੁਹਾਡਾ ਨੰਬਰ 1 ਵੈਰੀ ਬਣ ਕੇ ਤੁਹਾਨੂੰ ਪਰਮੇਸ਼ਰ ਦੇ ਮਾਰਗ 'ਚੋਂ ਵੱਡੇ ਹੋਣ ਤੋਂ ਰੋਕ ਰਿਹਾ ਆ, ਤੇ ਇਹਦਾ ਮਤਲਬ ਤੁਸੀਂ ਹਜੇ ਵੀ ਕੀ ਜੇ? ਇੱਕ ਆਤਮਿਕ ਬੱਚੇ, ਤੇ ਸ਼ੈਤਾਨ ਆਪਣੀ ਚਾਲ ਦੇ ਵਿੱਚ ਕਾਮਯਾਬ ਹੋ ਚੁੱਕਾ ਆ। ਇਸ ਕਰਕੇ ਪਰਮੇਸ਼ਰ ਦੱਸਦਾ ਆ, ਔਰ ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਵਚਨਾਂ ਦੇ ਵਿੱਚ ਸਾਨੂੰ ਅੱਜ ਪਰਮੇਸ਼ਰ ਇਹਨਾਂ ਤਿੰਨਾਂ ਚੀਜ਼ਾਂ ਉੱਤੇ ਫਤਹ ਪਾਉਣ ਦਾ ਵੀ ਸਾਰਾ ਇੰਤਜ਼ਾਮ ਕਰਕੇ ਦੱਸੇਗਾ ਕਿ ਇਹਨਾਂ ਉੱਤੇ ਫਤਹ ਪਾਉਣ ਦਾ ਤਰੀਕਾ ਵੀ ਕੀ ਆ। ਯਾਦ ਰੱਖੋ, 3 ਵੈਰੀ ਨੇ ਸਾਡੇ: ਸਰੀਰ, ਸ਼ੈਤਾਨ ਔਰ ਇਹ ਸੰਸਾਰ। ਸਭ ਤੋਂ ਪਹਿਲਾ ਵੈਰੀ ਨੰਬਰ 1 ਸਰੀਰ। ਇਹ ਸਾਡਾ ਸਰੀਰ ਜੋ ਆ, ਇਹਦੇ ਅੰਦਰ ਇੱਕ ਪੁਰਾਣਾ ਸੁਭਾਅ ਕੰਮ ਕਰ ਰਿਹਾ ਆ। ਉਹ ਪੁਰਾਣਾ ਸੁਭਾਅ ਜੋ ਪਾਪ ਕਰਵਾਉਂਦਾ ਆ, ਜੋ ਸਾਡੇ ਮਨੋਭਾਵ ਨੂੰ ਕਾਬੂ ਕਰਦਾ, ਜੋ ਸਾਡੇ ਪੈਸ਼ਨ ਨੂੰ ਕੰਟਰੋਲ ਕਰਦਾ ਆ। ਇਹ ਪੁਰਾਣਾ ਸੁਭਾਅ ਉਹੋ ਹੀ ਆ ਜਿਹੜਾ ਆਦਮ ਤੇ ਹਵਾ ਤੋਂ ਸਾਨੂੰ ਮਿਲ ਚੁੱਕਾ ਆ। ਇਹ ਪੁਰਾਣਾ ਸੁਭਾਅ, ਪਾਪ ਕਰਨ ਦਾ ਸੁਭਾਅ ਉਹੀ ਆ ਜਿਹੜਾ ਆਦਮ ਤੇ ਹਵਾ ਤੋਂ ਵਿਰਾਸਤ ਵਿੱਚ ਸਾਨੂੰ ਮਿਲਿਆ ਆ। ਔਰ ਇਹ ਪੁਰਾਣਾ ਸੁਭਾਅ ਪਾਉਣ ਤੋਂ ਬਾਅਦ, ਇਹ ਨਵਾਂ ਜੀਵਨ ਪਾਉਣ ਤੋਂ ਬਾਅਦ ਵੀ, ਮੰਨ ਲਓ ਤੁਸੀਂ ਤੋਬਾ ਕਰ ਲਈ, ਬਪਤਿਸਮਾ ਲੈ ਲਿਆ, ਤੁਸੀਂ ਨਵਾਂ ਜੀਵਨ ਪਾ ਲਿਆ, ਪਰ ਨਵਾਂ ਜੀਵਨ ਪਾਉਣ ਤੋਂ ਬਾਅਦ ਵੀ ਇਹ ਪੁਰਾਣਾ ਸੁਭਾਅ ਤੁਹਾਡੇ ਉੱਤੇ ਫਤਹਮੰਦ ਹੋਣ ਦੀ ਕੋਸ਼ਿਸ਼ ਕਰੇਗਾ। ਇਹ ਨਾ ਸੋਚੇ ਜਦੋਂ ਤੁਸੀਂ ਬਪਤਿਸਮਾ ਲੈ ਲਿਆ ਜਾਂ ਤੁਸੀਂ ਤੋਬਾ ਕਰ ਲਈ ਆ ਤੇ ਤੁਸੀਂ ਇਸ ਚੀਜ਼ ਤੇ ਫਤਹ ਪਾ ਲਈ ਆ। ਇਹ ਤੁਹਾਨੂੰ ਫੇਰ ਵੀ ਡੇਗਣ ਦੀ ਕੀ ਕਰੇਗਾ? ਕੋਸ਼ਿਸ਼ ਕਰੇਗਾ। ਕਿਉਂਕਿ ਇਹ ਲੜਾਈ ਆਦਮ ਦੇ ਬਾਗ ਤੋਂ ਸ਼ੁਰੂ ਹੋਈ ਸੀ ਤੇ ਅੱਜ ਵੀ ਚੱਲ ਰਹੀ ਆ। ਮਸੀਹ 'ਚ ਆਉਣ ਤੋਂ ਬਾਅਦ ਵੀ ਇਹ ਸਾਡੇ ਤੇ ਫਤਹਮੰਦ ਹੋਣ ਦੀ ਕੋਸ਼ਿਸ਼ ਕਰੇਗਾ। ਕਿਉਂਕਿ ਵਚਨ ਕਹਿੰਦਾ ਨਾ, ਸ਼ੈਤਾਨ ਬੂਹੇ ਤੇ ਖੜਾ ਤੈਨੂੰ ਕੀ ਕਰਦਾ ਈ? ਉਹ ਉਡੀਕਦਾ ਆ, ਪਰ ਤੂੰ ਜਾ ਤੇ ਉਹਦੇ ਉੱਪਰ ਕੀ ਹੋ? ਪ੍ਰਬਲ ਹੋ। ਜੇਕਰ ਤੁਸੀਂ ਆਪਣੇ ਇਸ ਸੁਭਾਅ ਨੂੰ ਕੰਟਰੋਲ 'ਚ ਨਹੀਂ ਰੱਖਿਆ, ਜੇਕਰ ਤੁਸੀਂ ਆਪਣੇ ਇਸ ਸੁਭਾਅ ਨੂੰ ਕਾਬੂ ਨਹੀਂ ਰੱਖਿਆ, ਤੇ ਤੁਸੀਂ ਬਹੁਤ ਵੱਡੀ ਆਤਮਿਕ ਮੁਸ਼ਕਿਲ 'ਚ ਪੈ ਸਕਦੇ ਹੋ। ਇਹਦੇ ਬਾਰੇ ਇੱਕ ਵਚਨ ਵੀ ਪਰਮੇਸ਼ਰ ਦਾ ਵਚਨ ਲਿਖਦਾ, ਮੱਤੀ ਦੀ ਇੰਜੀਲ 5 ਬਾਬ 21 ਔਰ 22 ਵਚਨ ਪੜ੍ਹੀਏ। ਮੱਤੀ ਦੀ ਇੰਜੀਲ 5 ਬਾਬ ਉਹਦਾ 21 ਔਰ 22 ਵਚਨ। ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ। ਹਾਂ, ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਹੁਣ ਪੁਰਾਣੇ ਨਿਯਮ ਦੇ ਵਿੱਚ ਲੋਕ ਜਦੋਂ ਪਾਪ ਕਰਦੇ ਸੀ ਤਾਂ ਉਸ ਪਾਪ ਦੀ ਕੀਮਤ ਉਹ ਇੱਕ ਨਿਰਦੋਸ਼ ਜਾਨਵਰ ਦੇ ਉੱਪਰ ਲੱਦ ਕੇ, ਆਪਣੇ ਪਾਪ ਉਹਦੇ ਤੇ ਲੱਦ ਕੇ ਆਪ ਪਾਪ ਮੁਕਤ ਹੁੰਦੇ ਸੀ। ਉਸ ਸਮੇਂ ਉਹਨਾਂ ਦੀ ਉਸ ਪਾਪ ਦੀ ਆਦਤ ਨੂੰ ਕੰਟਰੋਲ ਕਰਨ ਦੇ ਲਈ ਸਿਰਫ ਹੁਕਮ ਸੀ, ਸਿਰਫ ਇੱਕ ਕਾਨੂੰਨ ਸੀ। ਗੌਰ ਕਰਨਾ, ਸਾਡੇ ਵਿੱਚ ਔਰ ਪੁਰਾਣੇ ਨਿਯਮ ਦੇ ਲੋਕਾਂ 'ਚ ਕੀ ਫਰਕ ਆ। ਉਹਨਾਂ ਦੀ ਪਾਪ ਕਰਨ ਦੀ ਆਦਤ ਨੂੰ ਰੋਕਣ ਦੇ ਲਈ, ਜਾਂ ਉਹਨਾਂ ਨੂੰ ਪਾਪ ਕਰਨ ਤੋਂ ਰੋਕਣ ਦੇ ਲਈ, ਉਹਨਾਂ ਕੋਲ ਸਿਰਫ ਲਿਖਤ ਕਾਨੂੰਨ ਸੀ। ਪਰਮੇਸ਼ਰ ਵੀ ਸੀ, ਪਰ ਪਰਮੇਸ਼ਰ ਦੂਰ ਸੀ। ਪਰਮੇਸ਼ਰ ਆਦਮ ਦੇ ਪਾਪ ਕਰਨ ਦੇ ਕਾਰਨ ਇਨਸਾਨ ਤੋਂ ਦੂਰੀ ਬਣਾ ਲਈ ਸੀ ਪਰਮੇਸ਼ਰ ਨੇ, ਔਰ ਆਪਣੇ ਆਪ ਨੂੰ ਜਾਂ ਤੇ ਉਹ ਪਰਬਤ ਤੇ ਲੈ ਗਿਆ, ਜਾਂ ਫਿਰ ਇੱਕ ਤੰਬੂ ਦੇ ਵਿੱਚ ਰਹਿੰਦਾ ਸੀ ਜਿਹੜਾ ਕਿ 3.25 ਇੰਚ ਮੋਟਾ ਪਰਦਾ ਸੀ। ਉਸ ਪਰਦੇ ਦੇ ਅੰਦਰ ਉਹ ਰਹਿੰਦਾ ਸੀ। ਇਸ ਕਰਕੇ ਪਰਮੇਸ਼ਰ ਨੇ ਆਪਣੇ ਸਾਰੇ ਲਿਖਤ ਕਾਨੂੰਨ ਦੇ ਦਿੱਤੇ ਕਿ ਤੂੰ ਆ ਨਹੀਂ ਕਰਨਾ, ਪਰ ਤਾਂ ਵੀ ਉਹ ਗਲਤੀ ਕਰਦੇ। ਉਹ ਲਿਖਤ ਕਾਨੂੰਨ ਉਹਨਾਂ ਨੂੰ ਬਚਾ ਨਹੀਂ ਸਕੇ। ਫਿਰ ਉਹਨਾਂ ਨੂੰ ਸਾਲ ਬਾਅਦ ਇੱਕ ਪਛਤਾਪ ਦੀ ਬਲੀ ਜਾਂ ਪਾਪ ਬਲੀ ਕੀ ਕਰਨੀ ਪੈਂਦੀ ਸੀ? ਚੜਾਉਣੀ ਪੈਂਦੀ ਸੀ। ਪਰ ਸਾਡੇ ਨਾਲ ਇਹ ਕੰਮ ਨਹੀਂ ਹੈ। ਸਾਡੇ ਕੋਲ ਲਿਖਤ ਕਾਨੂੰਨ ਵੀ ਹੈ,
ਪਰ ਉਹ ਜਿਹੜਾ ਪਰਮੇਸ਼ਰ ਪਰਦੇ ਦੇ ਪਿੱਛੇ ਸੀ ਨਾ, ਹੁਣ ਉਹ ਸਾਡੇ ਅੰਦਰ ਆ। ਉਹ ਇਸ ਸੁਭਾਅ ਦੇ ਖਿਲਾਫ ਸਾਨੂੰ ਖੜੇ ਕਰਨ ਦੇ ਲਈ ਜਾਂ ਇਸ ਸੁਭਾਅ ਦੇ ਉੱਤੇ ਫਤਹ ਪਾਉਣ ਦੇ ਲਈ ਸਾਡੀ ਹਮੇਸ਼ਾ ਮਦਦ ਕਰਦਾ ਆ। ਇਸ ਕਾਰਨ ਇਹ ਸੁਭਾਅ ਸਾਡੇ ਉੱਤੇ ਪ੍ਰਬਲ ਹੋਣ ਦੀ ਕੋਸ਼ਿਸ਼ ਕਰੇਗਾ। ਪਰ ਹੁਣ ਅਸੀਂ ਪੁਰਾਣੇ ਨਿਯਮ ਦੇ ਲੋਕਾਂ ਵਾਂਗੂ ਸਿਰਫ ਇਹ ਪੜ੍ਹ ਕੇ ਜਾਂ ਥੋੜਾ ਯਾਦ ਕਰਕੇ ਜਾਂ ਰੱਟ ਕੇ ਇਹਨਾਂ ਚੀਜ਼ਾਂ ਤੋਂ ਬਚਣ ਵਾਲੇ ਨਹੀਂ। ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸਿਰਫ ਪੜ੍ਹ ਕੇ ਹੀ, ਇਹਨਾਂ ਚੀਜ਼ਾਂ ਨੂੰ ਰੱਟ ਕੇ ਹੀ ਆਪਣੇ ਜੀਵਨ ਨੂੰ ਸਹੀ ਰੱਖਿਆ। ਪਰ ਹੁਣ ਸਾਡਾ ਲੈਵਲ ਕੁਝ ਅਲੱਗ ਆ। ਸਾਡੇ ਕੋਲ ਲਿਖਤ ਵੀ ਆ ਔਰ ਉਸ ਲਿਖਤਾਂ ਨੂੰ ਦੇਣ ਵਾਲਾ ਸਾਡੇ ਅੰਦਰ ਵੀ ਆ। ਜੇ ਤਾਂ ਵੀ ਅਸੀਂ ਫਤਹਮੰਦ ਨਾ ਹੋਏ ਤੇ ਫਿਰ ਇਹਦੇ ਤੋਂ ਵੱਡੀ ਸਾਡੀ ਕੋਈ ਹਾਰ ਹੈ ਹੀ ਨਹੀਂ। ਇਸ ਕਾਰਨ ਪਰਮੇਸ਼ਰ ਦਾ ਵਚਨ ਕਹਿੰਦਾ, ਪੜ੍ਹੀਏ ਜੀ 21 ਔਰ 22। ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ, ਅਤੇ ਜੇ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਉਹਨਾਂ ਨੂੰ ਕੀ ਕਿਹਾ ਗਿਆ ਸੀ ਕਿ ਤੁਸੀਂ ਖੂਨ ਨਹੀਂ ਕਰਨਾ। ਉਹ ਕਰਦੇ ਤੇ ਕਰਕੇ ਫਿਰ ਕੀ ਮਿਲਦੀ? ਉਹਨਾਂ ਨੂੰ ਸਜ਼ਾ ਮਿਲਦੀ ਸੀ। ਪਰ ਮੈਂ ਤੁਹਾਨੂੰ ਆਖਦਾ ਹਾਂ, ਪਰ ਕਹਿੰਦਾ ਹੁਣ ਤੁਹਾਡੇ ਲਈ ਕੀ ਕਾਨੂੰਨ ਆ? ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ, ਕਹਿੰਦਾ ਤੁਸੀਂ ਕਿਸੇ ਤੇ ਗੁੱਸਾ ਵੀ ਨਹੀਂ ਕਰ ਸਕਦੇ। ਪਹਿਲਾਂ ਤੇ ਇਹ ਸੀ ਨਾ ਪੁਰਾਣੇ ਨਿਯਮ 'ਚ, ਗੁੱਸਾ ਆ ਗਿਆ ਕੋਈ ਗੱਲ ਨਹੀਂ, ਗੁੱਸਾ ਆਉਣ ਤੋਂ ਬਾਅਦ ਤੁਸੀਂ ਕੁਝ ਬਕ ਦਿੱਤਾ ਉਹ ਵੀ ਕੋਈ ਗੱਲ ਨਹੀਂ, ਪਰ ਤੁਸੀਂ ਉਹਨੂੰ ਮਾਰਨਾ ਨਹੀਂ, ਉਹਦਾ ਕਤਲ ਨਹੀਂ ਕਰਨਾ। ਜਦ ਤੱਕ ਤੁਸੀਂ ਕਤਲ ਨਹੀਂ ਕਰਦੇ ਤਦ ਤੱਕ ਤੁਹਾਡੇ ਤੇ ਕੋਈ ਵੀ ਕੇਸ ਨਹੀਂ ਆ। ਕਤਲ ਕਰਨ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਕੇ ਜਾਇਆ ਜਾਏਗਾ? ਅਦਾਲਤ ਦੇ ਵਿੱਚ। ਪਰ ਹੁਣ ਇਸ ਸਮੇਂ ਦੇ ਵਿੱਚ ਕੀ ਪਰਮੇਸ਼ਰ ਦਾ ਵਚਨ ਕਹਿ ਰਿਹਾ? ਕਹਿੰਦਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ, ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ, ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਹਿਲੇ ਕਿਹੜੇ ਸੀ? ਪਹਿਲੇ ਕਤਲ ਕਰਨ ਤੇ ਅਦਾਲਤ ਵਿੱਚ ਕੀ ਸੀ? ਸਜ਼ਾ ਦੇ ਲਾਇਕ ਸੀ। ਪਰ ਹੁਣ ਕੀ? ਸਿਰਫ ਕ੍ਰੋਧ ਕਰਨ ਵਾਲੇ ਕੀ ਹੋਣਗੇ? ਸਜ਼ਾ ਦੇ ਲਾਇਕ ਹੋਣਗੇ। ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ, ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਕਹਿੰਦਾ ਗਾਲ ਦੇਣ ਵਾਲਾ ਵੀ ਸਭਾ ਵਿੱਚ ਕੀ ਹੋਵੇਗਾ? ਇਸ ਕਾਰਨ ਜੇਕਰ ਤੁਸੀਂ ਇਹਨਾਂ ਆਪਣੀਆਂ ਆਦਤਾਂ ਨੂੰ ਕੰਟਰੋਲ ਨਹੀਂ ਕੀਤਾ ਤੇ ਇੱਕ ਹੁਕਮ ਤੋੜਿਆ ਨਾ, ਤੇ ਤੁਸੀਂ 9 ਬਾਕੀ ਵੀ ਕੀ ਕਰ ਦਿਓਗੇ। ਇਸ ਕਾਰਨ ਇਸ ਸਰੀਰ ਸਭ ਤੋਂ ਵੱਧ ਸਾਨੂੰ ਕ੍ਰੋਧ ਵੱਲ ਲੈ ਕੇ ਜਾਂਦਾ ਹੈ। ਸਰੀਰ ਸਭ ਤੋਂ ਵੱਧ ਸਾਨੂੰ ਲਾਲਸਾਵਾਂ ਵੱਲ ਲੈ ਕੇ ਜਾਂਦਾ। ਸਰੀਰ ਸਭ ਤੋਂ ਵੱਧ ਆਪਣੀਆਂ ਮਰਜ਼ੀਆਂ ਪੂਰੀਆਂ ਕਰਨ ਲਈ ਲੈ ਕੇ ਜਾਂਦਾ। ਸਰੀਰ ਸਭ ਤੋਂ ਵੱਧ ਆਪਣੇ ਤਰੀਕੇ, ਆਪਣੀ ਮਨ ਮਰਜ਼ੀਆਂ, ਪਹਿਰਾਵੇ ਦੇ ਤੌਰ ਤੇ ਜਾਂ ਭੋਗ ਵਿਲਾਸ ਦੇ ਤੌਰ ਤੇ ਜਾਂ ਅਲੱਗ-ਅਲੱਗ ਤਰੀਕੇ ਨਾਲ ਆਪਣੀਆਂ ਮਨਸ਼ਾ ਤੇ ਆਪਣੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਸਾਨੂੰ ਪ੍ਰੇਰਿਤ ਕਰਦਾ ਆ। ਪਰ ਮਸੀਹੀਓ, ਤੁਹਾਡੇ ਲਈ ਇੱਕ ਖੁਸ਼ਖਬਰੀ ਇਹ ਆ, ਤੁਸੀਂ ਹੁਣ ਆਜ਼ਾਦੀ ਦਾ ਆਤਮਾ ਪਾ ਲਿਆ ਆ। ਇਹ ਤੁਹਾਨੂੰ ਜ਼ਬਰਦਸਤੀ ਜਾਂ ਤੁਹਾਡੇ ਤੇ ਜ਼ੋਰ ਨਹੀਂ ਪਾ ਸਕਦਾ। ਸ਼ੈਤਾਨ ਦੀਆਂ ਲਾਲਸਾਂ ਜਾਂ ਸੰਸਾਰ ਜਾਂ ਸਰੀਰ ਹੁਣ ਤੁਹਾਡੇ ਤੇ ਜ਼ੋਰ ਨਹੀਂ ਪਾ ਸਕਦਾ। ਹੁਣ ਤੁਸੀਂ ਇਹਦੇ ਤੇ ਪ੍ਰਬਲ ਹੋ ਸਕਦੇ ਹੋ। ਇਸ ਕਾਰਨ ਪਰਮੇਸ਼ਰ ਦਾ ਵਚਨ ਕਹਿੰਦਾ ਸਭ ਤੋਂ ਪਹਿਲਾਂ ਤੁਹਾਡਾ ਵੈਰੀ ਆ ਤੁਹਾਡਾ ਸਰੀਰ। ਔਰ ਜਦੋਂ ਅਸੀਂ ਸਰੀਰ ਦੀਆਂ ਗੱਲਾਂ ਮੰਨਦੇ ਹਾਂ ਜਾਂ ਸਰੀਰਕਤਾਈ ਦੇ ਵੱਲ ਵੱਧਦੇ ਹਾਂ, ਫਿਰ ਅਸੀਂ ਸਵਾਰਥੀ ਹੋ ਜਾਂਦੇ ਹਾਂ ਤੇ ਫਿਰ ਸਵਾਰਥੀ ਪ੍ਰਾਰਥਨਾਵਾਂ ਸਾਡੇ ਮੂੰਹੋਂ ਨਿਕਲਦੀਆਂ ਨੇ। ਇੱਕ ਸਰੀਰਕ ਇਨਸਾਨ ਦੀ ਪ੍ਰਾਰਥਨਾ ਔਰ ਇੱਕ ਆਤਮਿਕ ਇਨਸਾਨ ਦੀ ਪ੍ਰਾਰਥਨਾ 'ਚ ਫਰਕ ਆ। ਆਤਮਿਕ ਇਨਸਾਨ ਹਮੇਸ਼ਾ ਆਤਮਿਕ ਉન્નਤੀ ਦੇ ਲਈ, ਆਪਣੀ ਆਤਮਿਕ ਉન્નਤੀ ਦੇ ਲਈ ਵੀ ਤੇ ਲੋਕਾਂ ਦੀ ਆਤਮਿਕ ਉન્નਤੀ ਲਈ ਪ੍ਰਾਰਥਨਾ ਕਰੇਗਾ। ਪਰ ਇੱਕ ਸਰੀਰਕ ਔਰ ਪ੍ਰਾਣਿਕ ਇਨਸਾਨ ਕੀ ਕਰੇਗਾ? ਉਹ ਆਪਣੇ ਸਰੀਰ ਦੀ ਆਸ਼ੀਸ਼, ਆਪਣੀ ਫਾਈਨੈਂਸ਼ੀਅਲੀ ਆਸ਼ੀਸ਼ ਔਰ ਇਸੇ ਤਰ੍ਹਾਂ ਆਪਣੇ ਜੋ ਸੰਸਾਰਿਕ ਤੌਰ ਤੇ ਆਸ਼ੀਸ਼ਾਂ ਬਰਕਤਾਂ ਦੇ ਲਈ ਕੀ ਕਰਦਾ ਰਹੇਗਾ। ਇਸ ਕਰਕੇ ਤੁਹਾਡਾ ਸਰੀਰਕ ਹੋਣਾ ਵੀ ਤੁਹਾਡੀਆਂ ਪ੍ਰਾਰਥਨਾਵਾਂ ਤੇ ਅਸਰ ਪਾ ਸਕਦਾ ਹੈ। ਜਿਹੜਾ ਪ੍ਰਾਣਿਕ ਆ ਉਹ ਪ੍ਰਾਣਿਕ ਤੌਰ ਤੇ ਸੋਚੇਗਾ, ਜਿਹੜਾ ਆਤਮਿਕ ਆ ਉਹ ਆਤਮਿਕ ਤੌਰ ਤੇ ਸੋਚੇਗਾ। ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਇਹ ਨੰਬਰ 1 ਵੈਰੀ ਆ, ਪਰ ਘਬਰਾਉਣ ਦੀ ਲੋੜ ਨਹੀਂ। ਪਰਮੇਸ਼ਰ ਅੱਗੇ ਜਾ ਕੇ ਇਹਨਾਂ ਸਾਰੇ ਸਾਡੇ ਵੈਰੀਆਂ ਦੇ ਨਾਲ ਸਾਨੂੰ ਨਜਿੱਠਣ ਦੇ ਲਈ ਆਪਣੇ ਵਚਨਾਂ ਦੁਆਰਾ ਸਿਖਾਏਗਾ ਵੀ ਔਰ ਆਪਣੀ ਆਤਮਾ ਦੁਆਰਾ ਬਲ ਵੀ ਦੇਵੇਗਾ। ਅੱਗੇ ਦੂਸਰਾ, ਇਸ ਸੰਸਾਰ, ਇਹ ਵਚਨ ਪੜ੍ਹਦੇ ਹਾਂ ਜੀ
याकूब 4 बाब ਉਹਦਾ 3 और 4 वचन। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ, हाँ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ, ਭਈ ਆਪਣਿਆਂ ਭੋਗ ਬਿਲਾਸਾਂ ਵਿੱਚ ਉਡਾ ਦਿਓ। हे ਵਿਭਚਾਰਨੋ, ਕੀ ਤੁਹਾਨੂੰ ਮਾਲੂਮ ਨਹੀਂ ਭਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ? ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ, ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। हाँ ਹੁਣ ਇੱਥੇ ਪਰਮੇਸ਼ਰ ਦਾ ਵਚਨ ਕੀ ਦੱਸਦਾ? ਕਹਿੰਦੇ ਜੇਕਰ ਤੁਹਾਡੇ ਅੰਦਰ ਤੁਸੀਂ ਆਪਣੇ ਸਰੀਰ ਚੋਂ ਲਾਲਸਾ ਨਹੀਂ ਕੱਢੀ ਤੇ ਜਿਹੜਾ ਤੁਹਾਡੇ ਅੰਦਰ ਯੁੱਧ ਚੱਲ ਰਿਹਾ ਨਾ, ਉਹ ਜਲਦੀ ਬਾਹਰ ਵੀ ਆ ਜਾਏਗਾ। ਔਰ ਹੁਣ ਇੱਥੇ ਇੱਕ ਸਵਾਲ ਆ ਕਿ ਇੱਕ ਵਿਸ਼ਵਾਸੀ ਜਾਂ ਇੱਕ ਮਸੀਹੀ ਕਿਸ ਤਰ੍ਹਾਂ ਪਰਮੇਸ਼ਰ ਦੇ ਵਿਰੁੱਧ ਯੁੱਧ ਦੀ ਬਗਾਵਤ ਕਰਦਾ ਹੈ? ਉਹਦਾ ਜਵਾਬ ਆ, ਜਦੋਂ ਇੱਕ ਵਿਸ਼ਵਾਸੀ ਇਸ ਸੰਸਾਰ ਦੇ ਨਾਲ ਜਾਂ ਇਸ ਜਗਤ ਨਾਲ ਪਿਆਰ ਕਰਦਾ ਹੈ ਨਾ, ਫਿਰ ਉਹ ਪਰਮੇਸ਼ਰ ਦਾ ਵੈਰੀ ਬਣ ਜਾਂਦਾ ਹੈ। ਅਸਲ 'ਚ ਪਰਮੇਸ਼ਰ ਨਾਲ ਯੁੱਧ ਕਰਨਾ ਕੀ ਆ? ਪਰਮੇਸ਼ਰ ਦੇ ਨਾਲ ਯੁੱਧ ਕਰਨਾ ਇਹੋ ਹੀ ਆ, ਜਦੋਂ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਨਾ ਛੱਡ ਕੇ, ਪਰਮੇਸ਼ਰ ਨੂੰ ਆਦਰ ਦੇਣਾ ਛੱਡ ਕੇ, ਪਰਮੇਸ਼ਰ ਦੀ ਗੱਲ ਮੰਨਣੀ ਛੱਡ ਕੇ ਇਸ ਸੰਸਾਰ ਦੇ ਨਾਲ ਪਿਆਰ ਕਰਦੇ ਹੋ, ਆਪਣੇ ਸਰੀਰ ਦੀਆਂ ਲਾਲਸਾਂ ਦੇ ਪਿੱਛੇ ਚੱਲਦੇ ਹੋ, ਔਰ ਜੋ ਇਹ ਸੰਸਾਰ ਔਰ ਸ਼ੈਤਾਨ ਤੁਹਾਨੂੰ ਕਹਿੰਦਾ ਤੁਸੀਂ ਉਹ ਕਰਦੇ ਹੋ, ਤੁਸੀਂ ਬਣ ਗਏ ਪਰਮੇਸ਼ਰ ਦੇ 1 ਨੰਬਰ ਵੈਰੀ। ਵਚਨ ਕੀ ਕਹਿ ਰਿਹਾ? ਕਹਿੰਦਾ ਤੁਹਾਨੂੰ ਪਤਾ ਨਹੀਂ ਤੁਸੀਂ ਪਰਮੇਸ਼ਰ ਦੇ ਕੀ ਬਣ ਗਏ? ਸੰਸਾਰ ਨਾਲ ਮਿੱਤਰਚਾਰਾ, ਪਰਮੇਸ਼ਰ ਨਾਲ ਕੀ ਆ? ਵੈਰ ਆ। ਅਸੀਂ ਇਸ ਤਰੀਕੇ ਨਾਲ ਵੈਰ ਕਮਾਉਣਾ, ਭਾਵ ਕਿ ਸੰਸਾਰ ਦੇ ਨਾਲ ਪਿਆਰ ਕਰਕੇ ਅਸੀਂ ਪਰਮੇਸ਼ਰ ਦੇ ਕੀ ਬਣ ਗਏ ਆ? ਵੈਰੀ ਬਣ ਗਿਆ। ਔਰ ਇਹ ਜਗਤ ਨਾਲ ਦੋਸਤੀ, ਇਹਨੂੰ ਸਿੱਧਾ ਸਿੱਧਾ ਯਾਕੂਬ ਕਿਹਦਾ ਨਾਮ ਦੇ ਰਿਹਾ? ਵਿਭਚਾਰ ਦਾ। ਉਹ ਵਿਭਚਾਰ ਜਿਹੜਾ ਪੁਰਾਣੇ ਨਿਯਮ 'ਚ ਕੀ ਸਜ਼ਾ ਸੀ? ਜੇਕਰ ਕੋਈ ਵਿਭਚਾਰ ਦਾ ਦੋਸ਼ੀ ਫੜਿਆ ਗਿਆ, ਉਹਦੀ ਸਜ਼ਾ ਕੀ ਸੀ? ਉਹਨੂੰ ਪੱਥਰ ਮਾਰ ਮਾਰ ਕੇ ਕੀ ਕਰ ਦੇਣਾ? ਇਸ ਤਰ੍ਹਾਂ ਹੁਣ ਫਿਰ ਜੇਕਰ ਤੁਸੀਂ ਇਹ ਪਰਮੇਸ਼ਰ ਨੂੰ ਛੱਡ ਕੇ ਇਸ ਸੰਸਾਰ ਨੂੰ ਪਿਆਰ ਕਰਦੇ ਹੋ, ਇਸ ਸੰਸਾਰ ਦੇ ਮਿੱਤਰ ਹੋ, ਤੁਸੀਂ ਕੀ ਕਰ ਰਹੇ ਹੋ? ਆਤਮਿਕ ਵਿਭਚਾਰ ਕਰ ਰਹੇ ਹੋ। ਤੇ ਫਿਰ ਦੋਸ਼ ਕੀ ਆ? ਸਜ਼ਾ ਕੀ ਆ? ਨਰਕ ਦੀ ਅੱਗ। ਯਾਦ ਰੱਖੋ, ਸਿੰਪਲ ਇੱਕ ਗੱਲ ਤੁਹਾਡੇ ਸਮਝ ਆਉਣ ਵਾਲੀ, ਇੱਕ ਮਸੀਹੀ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਵਿਆਹਿਆ ਹੁੰਦਾ ਆ। ਇੱਕ ਮਸੀਹ ਦਾ ਮਤਲਬ ਕੀ ਆ? ਜਿਹਦਾ ਕਿਹਦੇ ਨਾਲ ਵਿਆਹ ਹੋਇਆ? ਪਰਮੇਸ਼ਰ ਦੇ ਨਾਲ, ਜਾਂ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਕੀ ਆ? ਉਹਦਾ ਵਿਆਹ ਹੋ ਚੁੱਕਾ। ਤੇ ਪ੍ਰਭੂ ਯੀਸ਼ੂ ਮਸੀਹ ਜਾਂ ਪਰਮੇਸ਼ਰ ਫਿਰ ਤੁਹਾਨੂੰ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਰਹਿਣ ਲਈ ਚਾਹੁੰਦਾ ਆ। ਫਿਰ ਤੁਹਾਡੀ ਵਫਾਦਾਰੀ ਮੰਗਦਾ ਹੋ ਕਿ ਤੁਸੀਂ ਮੇਰੇ ਪ੍ਰਤੀ ਕੀ ਰਹੋ? ਵਫਾਦਾਰ ਰਹੋ। ਤੁਸੀਂ ਸੰਸਾਰ ਦੇ ਪ੍ਰਤੀ ਨਹੀਂ। ਸੰਸਾਰ ਤੁਹਾਨੂੰ ਨਾ ਭਰਮਾਵੇ, ਸੰਸਾਰ ਦੀ ਮਰਜ਼ੀ ਨਹੀਂ। ਹੁਣ ਤੁਸੀਂ ਮੇਰੇ ਹੋ ਤੇ ਮੇਰੀ ਮਰਜ਼ੀ ਤੁਹਾਡੇ ਜੀਵਨ 'ਚ ਕੀ ਹੋਣੀ ਆ? ਜੇ ਸੰਸਾਰ ਦੀ ਮਰਜ਼ੀ ਜਾਂ ਸੰਸਾਰ ਦੀਆਂ ਲਾਲਸਾਵਾਂ ਸਾਡੇ ਜੀਵਨ 'ਚ ਪੂਰੀਆਂ ਹੋਈਆਂ, ਇਹਦਾ ਮਤਲਬ ਅਸੀਂ ਆਪਣੇ ਉਸ ਪਤੀ ਦੇ ਨਾਲ ਜਾਂ ਆਪਣੇ ਉਸ ਪਰਮੇਸ਼ਰ ਦੇ ਨਾਲ ਉਹਦੇ ਵਿਰੁੱਧ ਵੀ ਵਿਚਾਰ ਕਰ ਰਹੇ ਹਾਂ। ਇਸੇ ਕਾਰਨ ਜਦੋਂ ਅਸੀਂ ਵਚਨ ਪੜ੍ਹਦੇ ਹਾਂ, ਹਿਜਕੀਆ, ਜਿਰਮੀਆ ਤੇ ਯਾਕੂਬ ਵੀ ਸੰਸਾਰ ਦੇ ਨਾਲ ਦੋਸਤੀ ਨੂੰ ਵਿਭਚਾਰ ਨਾਮ ਦੇ ਪਾਪ ਦਾ ਕੀ ਦਿੰਦਾ ਆ? ਨਾਮ ਦਿੰਦਾ ਆ, ਜਿਹੜਾ ਕਿ ਪੁਰਾਣੀ ਸ਼ਰ੍ਹਾ ਦੇ ਵਿੱਚ ਵੀ ਇੱਕ ਬੜਾ ਗੰਭੀਰ ਪਾਪ ਸੀ ਤੇ ਨਵੀਂ ਦੇ ਵਿੱਚ ਵੀ ਕੀ ਆ? ਇੱਕ ਬੜਾ ਹੀ ਗੰਭੀਰ ਪਾਪ ਹੈ। ਪਹਿਲਾਂ ਤੇ ਵਿਭਚਾਰ ਕਰਨ ਤੇ ਦੋਸ਼ ਮਿਲਦਾ ਸੀ, ਸਜ਼ਾ ਮਿਲਦੀ ਸੀ, ਪਰ ਨਵੀਂ 'ਚ ਕਹਿੰਦੇ ਨਾ, ਜਿਹੜਾ ਅਸੀਂ ਵਚਨ ਪੜ੍ਹਿਆ, ਪੁਰਾਣਿਆਂ ਨੂੰ ਪਹਿਲਿਆਂ ਨੂੰ ਕਿਹਾ ਗਿਆ ਸੀ ਕਿ ਜਿਹੜਾ ਖੂਨ ਕਰੇ ਤੇ ਕੀ ਹੋਵੇਗਾ? ਅਦਾਲਤ ਵਿੱਚ ਸਜ਼ਾ ਦਾ, ਤੇ ਜਿਹੜਾ ਗੁੱਸਾ ਕਰੇ ਤੇ ਕੀ ਹੋਵੇਗਾ? ਪਹਿਲਾਂ ਤੇ ਵਿਭਚਾਰ ਕਰਨ ਤੇ ਸਜ਼ਾ ਮਿਲਦੀ ਸੀ, ਪਰ ਹੁਣ ਸੋਚਣ ਤੇ ਕੀ ਹੋ ਜਾਣੀ ਆ? दूसरा तिमोथियस 4 बाब 10 वचन पढ़िए। दूसरा तिमोथियस 10 बाब 4 बाब ਉਹਦਾ 10 वचन। क्यों जो दिमास ने इस वर्तमान युग नाल मोह ला के, ਹੁਣ ਪਰਮੇਸ਼ਰ ਦਾ ਵਚਨ ਕਹਿੰਦਾ ਦਿਮਾਸ ਨੇ ਇਸ ਵਰਤਮਾਨ ਯੁੱਗ ਦੇ ਨਾਲ, ਮਤਲਬ ਸੰਸਾਰ ਦੇ ਨਾਲ ਪ੍ਰੀਤ ਪਾ ਕੇ ਜਾਂ ਸੰਸਾਰ ਦੇ ਨਾਲ ਪਿਆਰ ਪਾ ਕੇ, ਹਾਂ, ਮੈਨੂੰ ਛੱਡ ਦਿੱਤਾ। ਮੈਨੂੰ ਕੀ ਕਰ ਦਿੱਤਾ ਆ? ਛੱਡ ਦਿੱਤਾ ਆ। ਹਾਂ, ਅਤੇ ਥਸਲੁਨਕੀਆਂ ਨੂੰ ਚਲਾ ਗਿਆ। ਔਰ ਕਿੱਥੇ ਚਲਾ ਗਿਆ ਆ? ਸਾਡੇ ਵਿੱਚੋਂ ਕਿੰਨੇ ਹੀ ਦਿਮਾਸ ਆ, ਦਿਮਾਸ ਨੇ ਜਗਤ ਨਾਲ ਮੋਹ ਲਾ ਕੇ ਪਰਮੇਸ਼ਰ ਨੂੰ ਛੱਡ ਦਿੱਤਾ। ਸਾਡੇ ਵਿੱਚੋਂ ਵੀ ਕਿੰਨੇ ਦਿਮਾਸ ਨੇ
ਜਿਹੜੇ ਕਿ ਪਰਮੇਸ਼ਰ ਦੇ ਵੱਲ ਨਹੀਂ, ਸਵਰਗ ਵੱਲ ਨਹੀਂ, ਸਾਡਾ ਧਿਆਨ ਹਮੇਸ਼ਾ ਕਿੱਥੇ ਰਹਿੰਦਾ ਆ? ਜਗਤ ਵੱਲ। ਤੇ ਜਗਤ ਵੱਲ ਧਿਆਨ ਲਾ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਕੀ ਕਰ ਰਹੇ ਹਾਂ? ਰੋਕ ਰਹੇ ਹਾਂ। ਉਹਦਾ ਨਾਮ ਜੋ ਮਹਿਮਾਮਈ ਹੋਣਾ ਆ, ਉਹਦਾ ਨਾਮ ਕੀ ਨਹੀਂ ਹੋ ਰਿਹਾ। ਇਸ ਕਾਰਨ ਅਸੀਂ ਜਗਤ ਨੂੰ ਪਿਆਰ ਕਰਦੇ ਰਹਿੰਦੇ ਹਾਂ ਤੇ ਸਾਡੀਆਂ ਪ੍ਰਾਰਥਨਾ ਵੀ ਜਗਤ ਵਾਲੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਜਗਤ ਦੇ ਲੋਕ, ਸੰਸਾਰ ਦੇ ਲੋਕ ਪ੍ਰਾਰਥਨਾ ਕਰਨ ਬੈਠਦੇ ਨੇ ਨਾ, ਉਸੇ ਤਰ੍ਹਾਂ ਅਸੀਂ ਵੀ ਸੰਸਾਰਿਕ ਅਭਿਲਾਸ਼ਾ ਜਾਂ ਸੰਸਾਰਿਕ ਇੱਛਾ ਦੇ ਨਾਲ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਵਿੱਚ ਕੀ ਕਰਦੇ ਹਾਂ? ਬੈਠਦੇ ਹਾਂ। ਦੋ ਵਾਰੀ ਵੇਖ ਲਏ ਨੇ, ਸੰਸਾਰ ਔਰ ਸਰੀਰ। ਹੁਣ ਨੰਬਰ 3 ਵਾਰੀ ਆ ਸ਼ੈਤਾਨ। ਪੜ੍ਹਦੇ ਹਾਂ ਜੀ ਯਾਕੂਬ ਦੀ ਪੱਤਰੀ 4 ਬਾਬ 6 ਔਰ 7 ਵਚਨ। ਪਰ ਉਹ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਹਲੀਮਾ ਉੱਤੇ ਕਿਰਪਾ ਕਰਦਾ ਹੈ। ਉਪਰੰਤ ਤੁਸੀਂ ਹੁਣ ਹੰਕਾਰੀਆਂ ਔਰ ਹਲੀਮਾ 'ਚ ਕੀ ਫਰਕ ਆ? ਲਿਖਿਆ ਸਰੀਰ ਆਤਮਾ ਦੇ ਵਿਰੁੱਧ ਤੇ ਆਤਮਾ ਸਰੀਰ ਦੇ ਵਿਰੁੱਧ। ਜਿਹੜਾ ਪਰਮੇਸ਼ਰ ਦਾ ਆ ਜਾਂ ਜਿਹੜਾ ਆਤਮਿਕ ਆ ਉਹ ਹਲੀਮ ਆ, ਪਰ ਸ਼ੈਤਾਨ ਔਰ ਸ਼ੈਤਾਨੀ ਲੋਕ ਕਾਹਦੇ ਨਾਲ ਭਰੇ ਨੇ? ਕਮੰਡ ਦੇ ਨਾਲ। ਆਤਮਿਕ ਬੰਦਾ ਪਰਮੇਸ਼ਰ ਦੇ ਵਚਨਾਂ ਨੂੰ ਹਲੀਮੀ ਨਾਲ ਮੰਨਦਾ ਹੈ। ਇਹ ਵਚਨ ਲਿਖਿਆ ਗਿਆ। ਹੰਕਾਰੀਆਂ ਦਾ ਕੀ ਕਰਦਾ ਉਹ? ਸਾਹਮਣਾ। ਤੇ ਹਲੀਮਾ ਤੇ ਕੀ ਕਰਦਾ? ਹੰਕਾਰੀ ਮਤਲਬ ਤੁਸੀਂ ਪਰਮੇਸ਼ਰ ਦੇ ਵਚਨ ਸੁਣੇ, ਪਰਮੇਸ਼ਰ ਨੇ ਤੁਹਾਨੂੰ ਪੂਰਾ ਮੌਕਾ ਦਿੱਤਾ, 60 70 80 ਸਾਲ ਤੱਕ ਤੁਹਾਨੂੰ ਮੌਕਾ ਦਿੱਤਾ ਕਿ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਰਹੇ, ਪਰ ਤਾਂ ਵੀ ਤੁਸੀਂ ਉਹਨਾਂ ਵਚਨਾਂ ਨੂੰ ਟੁੱਟੇ ਦਿਲ ਟੁੱਟੇ ਮਨ ਦੇ ਨਾਲ ਕੀ ਨਹੀਂ ਕੀਤਾ? ਤੁਸੀਂ ਹੰਕਾਰੀ ਬਣੇ, ਘਮੰਡੀ ਬਣੇ ਤੇ ਤੁਹਾਡਾ ਸਾਹਮਣਾ ਹੋਏਗਾ। ਤੁਹਾਡਾ ਸਾਹਮਣਾ ਹੋਏਗਾ। ਤੁਹਾਡਾ ਸਾਹਮਣਾ ਕਿਹਦੇ ਨਾਲ ਹੋਏਗਾ? ਪਰਮੇਸ਼ਰ ਦੇ ਨਾਲ, ਜਿਹਦਾ ਕੋਈ ਸਾਹਮਣਾ ਨਹੀਂ ਕਰ ਸਕਦਾ। ਹੁਣ ਅੱਗੇ ਜਾ ਕੇ ਇੱਥੇ ਕੀ ਕਰ ਲਿਆ ਸੀ? ਕਿਹਦਾ ਸਾਹਮਣਾ ਕਰ ਲਿਆ? ਪਰਮੇਸ਼ਰ ਦਾ। ਪਰ ਅਸਲ 'ਚ ਸਾਹਮਣਾ ਕਰਨਾ ਕਿਹਦਾ ਚਾਹੀਦਾ ਸੀ? ਉਹ ਅੱਗੇ ਜਾ ਕੇ ਪੜਾਂਗੇ ਸੀ। ਪੜ੍ਹੀਏ। ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਹਾਂ, ਪਰ ਸ਼ੈਤਾਨ ਦਾ ਸਾਹਮਣਾ ਕਰੋ। ਪਰ ਕਿਹਦਾ ਸਾਹਮਣਾ ਕਰੋ? ਸ਼ੈਤਾਨ ਦਾ। ਹਰ ਵਿਸ਼ਵਾਸੀ ਨੇ ਸ਼ੈਤਾਨ ਦਾ ਸਾਹਮਣਾ ਕਰਨਾ, ਪਰ ਅਸੀਂ ਕਿਹਦਾ ਸਾਹਮਣਾ ਕਰਦੇ ਹਾਂ? ਮਸੀਹ ਦਾ। ਜਿਹਦੇ ਅੱਗੇ ਝੁਕਣਾ ਆ, ਜਿਹਦੇ ਅੱਗੇ ਅਧੀਨ ਹੋਣਾ ਆ, ਉਹਦਾ ਅਸੀਂ ਸਾਹਮਣਾ ਕਰ ਰਹੇ ਹਾਂ। ਤੇ ਜਿਹਦਾ ਅਸੀਂ ਸਾਹਮਣਾ ਕਰਨਾ ਆ, ਉਹਦੇ ਕੀ ਹੋ ਰਹੇ ਆ? ਸ਼ੈਤਾਨ ਇਹ ਚਾਹੁੰਦਾ ਆ। ਸ਼ੈਤਾਨ ਚਾਹੁੰਦਾ ਅਸੀਂ ਸ਼ੈਤਾਨ ਦੇ ਅੱਗੇ ਝੁਕੀਏ, ਪਰਮੇਸ਼ਰ ਦਾ ਸਾਹਮਣਾ ਕਰੀਏ। ਪਰ ਅਸਲ 'ਚ ਮਸੀਹੀ ਜ਼ਿੰਦਗੀ ਕੀ ਆ? ਮਸੀਹੀ ਜ਼ਿੰਦਗੀ ਆ ਅਸੀਂ ਪਰਮੇਸ਼ਰ ਤੋਂ ਡਰੀਏ ਤੇ ਸ਼ੈਤਾਨ ਦਾ ਕੀ ਕਰੀਏ? ਸਾਹਮਣਾ ਕਰੀਏ। ਇਸ ਕਾਰਨ ਸ਼ੈਤਾਨ ਇਹ ਸਭ ਚੀਜ਼ਾਂ ਸਾਡੇ ਜੀਵਨਾਂ 'ਚ ਲੈ ਕੇ ਆਉਂਦਾ। ਜਿਸ ਤਰ੍ਹਾਂ ਕਿ ਸ਼ੈਤਾਨ ਨੇ ਹਵਾ ਔਰ ਆਦਮ ਨਾਲ ਕੀਤਾ। ਹਵਾ ਔਰ ਆਦਮ ਨੂੰ ਕੀ ਕਹਿੰਦਾ? ਮੇਰੀ ਗੱਲ ਮੰਨੋ, ਮੇਰੇ ਅਧੀਨ ਹੋਵੋ, ਮੈਂ ਤੁਹਾਨੂੰ ਕਿਹਦੇ ਵਰਗਾ ਬਣਾਵਾਂਗਾ? ਪਰਮੇਸ਼ਵਰ ਵਰਗਾ। ਉਹਨਾਂ ਨੇ ਉਹੀ ਕੀਤਾ। ਉਹ ਸ਼ੈਤਾਨ ਦੇ ਉਹਨਾਂ ਵਚਨਾਂ ਦੇ ਅਧੀਨ ਹੋ ਗਏ, ਜਿਹੜੇ ਵਚਨ ਪਰਮੇਸ਼ਰ ਨੇ, ਜਿਹੜੇ ਹੁਕਮ ਪਰਮੇਸ਼ਰ ਨੇ ਦਿੱਤੇ ਸੀ, ਉਹਨਾਂ ਦੇ ਕੀ ਹੋ ਗਏ? ਉਹਨਾਂ ਦਾ ਸਾਹਮਣਾ ਕੀਤਾ, ਉਹਨਾਂ ਦੇ ਖਿਲਾਫ ਹੋਏ। ਤੁਸੀਂ ਇਸ ਹਿਸਟਰੀ ਨੂੰ ਜਾਣਦੇ ਹੋ, ਕੀ ਬਣਿਆ ਉਹਨਾਂ ਦਾ। ਇਸ ਕਾਰਨ ਪਰਮੇਸ਼ਰ ਨੇ ਜਗਤ ਦੀ ਸ਼ੁਰੂਆਤ ਤੋਂ ਦੱਸ ਦਿੱਤਾ, ਜੇਕਰ ਤੁਸੀਂ ਮੇਰੇ ਵਚਨਾਂ ਦਾ ਸਾਹਮਣਾ ਕਰੋਗੇ ਤੇ ਸ਼ੈਤਾਨ ਅੱਗੇ ਝੁਕੋਗੇ, ਤੁਸੀਂ ਹਮੇਸ਼ਾ ਲਈ ਨਾਸ਼ ਹੋ ਜਾਵੋਗੇ। ਪਹਿਲਾ ਹੀ ਕੰਮ, ਬਾਈਬਲ ਦੀ ਪਹਿਲੀ ਹੀ ਕਹਾਣੀ ਇਸ ਚੀਜ਼ ਨੂੰ ਦਰਸਾਉਂਦੀ ਆ। ਉਹਨਾਂ ਦੋ ਲੋਕਾਂ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਸਾਹਮਣਾ ਕੀਤਾ ਤੇ ਸ਼ੈਤਾਨ ਦੇ ਅੱਗੇ ਝੁਕੇ ਨੇ, ਅੱਜ ਤੱਕ ਉਹਨਾਂ ਦੇ ਪਾਪ ਦੀ ਸਜ਼ਾ ਸਾਰਾ ਜਹਾਨ, ਸਾਰਾ ਵਰਲਡ ਚੁੱਕ ਰਿਹਾ ਆ। ਕੀ ਅਸੀਂ ਇਸ ਪਾਪ ਨੂੰ ਆਪਣੇ ਅੰਦਰੋਂ ਨਹੀਂ ਕੱਢਾਂਗੇ? ਸਾਡੇ ਪੂਰਵਜਾਂ ਨੇ ਇਹ ਕੰਮ ਕੀਤਾ, ਆਦਮ ਹਵਾ ਨੇ ਇਹ ਕੰਮ ਕੀਤਾ। ਉਹਨਾਂ ਨੇ ਪਰਮੇਸ਼ਰ ਦਾ ਸਾਹਮਣਾ ਕੀਤਾ ਤੇ ਸ਼ੈਤਾਨ ਦਾ ਕੀ ਕੀਤਾ? ਅਧੀਨਤਾ ਸਵੀਕਾਰ ਕੀਤੀ। ਪਰ ਅੱਜ ਪਰਮੇਸ਼ਰ ਚਾਹੁੰਦਾ ਆ ਅਸੀਂ ਆਪਣੇ ਪਰਮੇਸ਼ਰ ਦੀ ਗੱਲ ਨੂੰ ਮੰਨੀਏ, ਅਸੀਂ ਆਪਣੇ ਪਰਮੇਸ਼ਰ ਨੂੰ ਫੋਲੋ ਕਰੀਏ, ਅਸੀਂ ਆਪਣੇ ਪਰਮੇਸ਼ਰ ਦੇ ਮਾਰਗ ਉੱਤੇ ਚੱਲੀਏ, ਅਸੀਂ ਆਪਣੇ ਪਰਮੇਸ਼ਰ ਦੇ ਨੇੜੇ ਜਾਈਏ, ਅਸੀਂ ਆਪਣੇ ਪਰਮੇਸ਼ਰ ਦੇ ਅਧੀਨ ਹੋਈਏ, ਅਸੀਂ ਆਪਣੇ ਪਰਮੇਸ਼ਰ ਦੇ ਕੋਲ ਜਾਈਏ, ਨਾ ਕਿ ਸ਼ੈਤਾਨ ਦੇ ਕੋਲ। ਇਸ ਤਰੀਕੇ ਨਾਲ ਇਹ ਤਿੰਨ ਦੁਸ਼ਮਣ ਨੇ। ਇਹਦੇ ਵਾਸਤੇ ਤੁਸੀਂ ਪੜ੍ਹ ਦਈਏ ਇੱਕ ਇਫਸੀਆਂ ਦੀ ਪੱਤਰੀ 4 ਬਾਬ 1 ਔਰ 3 ਵਚਨ, 1 ਤੋਂ ਲੈ ਕੇ 3 ਤੱਕ। ਇਫਸੀਆਂ ਦੀ ਪੱਤਰੀ 2 ਬਾਬ 1 ਤੋਂ ਲੈ ਕੇ 3 ਤੱਕ। ਉਹਨੇ ਤੁਹਾਨੂੰ ਵੀ
ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੋ ਜਵਾਲਿਆ, ਹਾਂ, ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਕਹਿੰਦਾ ਦੇ ਪਹਿਲਾਂ ਤੁਸੀਂ ਇਸ ਸੰਸਾਰ ਦੇ, ਹਾਂ, ਇਸ ਸੰਸਾਰ ਦੇ ਵਿਹਾਰ ਅਨੁਸਾਰ ਜਿਸ ਤਰ੍ਹਾਂ ਤੁਹਾਨੂੰ ਇਹ ਸੰਸਾਰ ਚਲਾਉਣਾ ਚਾਹੁੰਦਾ, ਹਾਂ, ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਉਸ ਸ਼ੈਤਾਨ ਦੇ ਅਨੁਸਾਰ, ਹਾਂ, ਅੱਗੇ ਚੱਲਦੇ ਸੋ। ਹਾਂ, ਹੁਣ ਉਹ ਕਹਿੰਦਾ ਇਹ ਸੰਸਾਰ ਦੇ ਔਰ ਸੰਸਾਰ ਨੂੰ ਚਲਾਉਣ ਵਾਲੇ ਸ਼ੈਤਾਨ ਦੇ, ਹਾਂ, ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੋ, ਹਾਂ, ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ, ਹਾਂ, ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾ ਵਿੱਚ, ਸਰੀਰ ਤੇ ਮਨ ਦੀਆਂ ਚਾਵਾਂ ਨੂੰ, ਤਿੰਨੇ ਚੀਜ਼ਾਂ ਦੱਸ ਦਿੱਤਾ, ਸੰਸਾਰ ਨੂੰ ਤੇ ਸੰਸਾਰ ਨੂੰ ਚਲਾਉਣ ਵਾਲੇ ਉਸ ਹਵਾਈ ਇਖਤਿਆਰ ਨੂੰ, ਸ਼ੈਤਾਨ ਨੂੰ, ਤੇ ਸਰੀਰ ਤੇ ਮਨ ਦੀਆਂ ਚਾਵਾਂ ਮਤਲਬ ਸਰੀਰਕਤਾ ਨੂੰ, ਹਾਂ, ਆਪਣੇ ਸਰੀਰ ਦੀਆਂ ਕਾਮਨਾ ਵਿੱਚ ਦਿਨ ਕੱਟਦੇ ਸਾਂ, ਹਾਂ, ਤੇ ਹੋਰਨਾਂ ਵਾਂਗੂ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸਾਂ। ਹਾਂ, ਉਪਰੰਤ ਪਰਮੇਸ਼ਰ ਨੇ ਜਿਹੜਾ ਦਇਆ ਦਾ ਧਨੀ ਪਰ ਹੈ, ਕਹਿੰਦਾ ਪਰਮੇਸ਼ਰ ਨੇ ਕੀ ਕੀਤਾ, ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਵੱਡੇ ਪ੍ਰੇਮ ਕਰਕੇ, ਹਾਂ, ਜਿਸ ਤੋਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ, ਹਾਂ, ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ, ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ। ਤਦੋਂ ਹੀ ਸਾਨੂੰ ਇਹਨਾਂ ਮੁਰਦੇ ਕੰਮਾਂ ਦੇ ਵਿੱਚੋਂ ਮਸੀਹ ਦੇ ਨਾਲ ਕੀ ਕਰ ਦਿੱਤਾ ਸੀ, ਸਾਨੂੰ ਸਰੀਰ ਤੇ ਫਤਹ ਦੇ ਦਿੱਤੀ ਸੀ, ਉਹਨੇ ਸਾਨੂੰ ਸ਼ੈਤਾਨ ਤੇ ਫਤਹ ਦੇ ਦਿੱਤੀ ਸੀ, ਔਰ ਸਾਨੂੰ ਇਸ ਸੰਸਾਰ ਤੇ ਕੀ ਦਿੱਤੀ ਸੀ, ਫਤਹ ਦੇ ਦਿੱਤੀ ਸੀ। ਤਾਂ ਇਹ ਕਹਿੰਦਾ ਹੁਣ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਫੇਰ ਦੁਬਾਰਾ ਕੀ ਹੋ ਜਾਵੋ। ਹੁਣ ਇੱਥੇ ਇੱਕ ਸਵਾਲ ਉੱਠਦਾ ਆ ਕਿ ਅਸੀਂ ਹੁਣ ਇਹਨਾਂ ਤਿੰਨਾਂ ਚੀਜ਼ਾਂ ਤੇ ਫਤਹ ਕਿਸ ਤਰ੍ਹਾਂ ਪਾ ਸਕਦੇ ਹਾਂ। ਹੁਣ ਪਤਾ ਸਾਨੂੰ ਇਹ ਸਾਡਾ ਸਰੀਰ, ਸ਼ੈਤਾਨ ਔਰ ਸੰਸਾਰ ਸਾਡਾ ਕੀ ਆ, ਵੈਰੀ ਹੈ, ਔਰ ਕਿਹੜੇ ਤਰੀਕੇ ਨਾਲ ਪਰਮੇਸ਼ਰ ਨੇ ਸਾਨੂੰ ਇਹਨਾਂ ਤੋਂ ਛੁਡਾ ਚੁੱਕਾ। ਪਰ ਹੁਣ ਜਦੋਂ ਫੇਰ ਬਾਰ-ਬਾਰ ਮਸੀਹੀ ਜ਼ਿੰਦਗੀ 'ਚ ਆਉਣ ਤੋਂ ਬਾਅਦ ਵੀ ਇਹ ਆਪਣਾ ਪ੍ਰਭਾਵ ਸਾਡੇ ਤੇ ਪਾਉਂਦਾ ਆ, ਸੰਸਾਰ ਤੇ ਪ੍ਰਭਾਵ ਪਾਉਂਦਾ, ਸੰਸਾਰਿਕ ਲੋਕਾਂ ਤੇ ਪ੍ਰਭਾਵ ਪਾਉਂਦਾ ਆ, ਪਰ ਮਸੀਹੀਆਂ ਨੂੰ ਜ਼ਿਆਦਾ ਕੀ ਕਰਦਾ ਆ, ਕਿਉਂਕਿ ਮਸੀਹੀ ਇੱਕ ਦਿਨ ਪਰਮੇਸ਼ਰ ਦੀ ਕਲੀਸਿਆ 'ਚ ਤਬਦੀਲ ਹੋਣ ਲਈ ਜਾ ਰਹੇ ਨੇ। ਮਸੀਹੀ ਕੀ ਬਣ ਲਈ ਜਾ ਰਹੇ ਨੇ, ਪਰਮੇਸ਼ਰ ਦੀ ਕਲੀਸਿਆ, ਪਰਮੇਸ਼ਰ ਦੀ ਦੁਲਹਨ। ਤੇ ਇਹ ਸ਼ੈਤਾਨ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਪਰਮੇਸ਼ਰ ਦੀ ਦੁਲਹਨ ਨੂੰ ਬਣਨ ਤੋਂ ਕੀ ਕਰਨਾ ਚਾਹੁੰਦਾ ਆ, ਰੋਕਣਾ ਚਾਹੁੰਦਾ। ਹੁਣ ਇਹਦੇ ਤੋਂ ਬਚਣ ਦਾ ਤਰੀਕਾ ਕੀ ਆ, ਕਿਸ ਤਰ੍ਹਾਂ ਅਸੀਂ ਮਸੀਹ ਦੇ ਮਿੱਤਰ ਤੇ ਜਗਤ ਦੇ ਵੈਰੀ ਬਣ ਸਕਦੇ ਹਾਂ। ਸਭ ਤੋਂ ਪਹਿਲਾਂ ਨੰਬਰ 1 ਹੱਲ ਪਰਮੇਸ਼ਰ ਦਾ ਵਚਨ ਦੱਸਦਾ, ਯਾਕੂਬ 4 ਬਾਬ ਉਹਦਾ 7 ਵਚਨ। ਜੇਕਰ ਤੁਸੀਂ ਸੰਸਾਰ ਤੋਂ, ਸ਼ੈਤਾਨ ਤੋਂ ਔਰ ਸਰੀਰਕਤਾ ਦੇ ਪਾਪ ਤੋਂ ਬਚਣਾ ਚਾਹੁੰਦੇ ਹੋ, ਪਹਿਲਾ ਹੱਲ ਕੀ ਆ, ਹਾਂ, ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ। ਹਾਲੇਲੂਇਆ, ਹਾਲੇਲੂਇਆ। ਜੇਕਰ ਤੁਸੀਂ ਇਹਨਾਂ ਚੀਜ਼ਾਂ ਤੇ ਫਤਹ ਪਾਉਣਾ ਚਾਹੁੰਦੇ ਹੋ, ਤੁਹਾਨੂੰ ਕੀ ਹੋਣਾ ਪੈਣਾ ਹੈ, ਪਰਮੇਸ਼ਰ ਦੇ ਅਧੀਨ ਹੋ ਜਾਓ। ਸਾਨੂੰ ਅਧੀਨਤਾ ਹੀ ਤੇ ਸਵੀਕਾਰਨੀ ਹੈ। ਇਹੋ ਕੰਮ ਹੈ ਜਿਹੜਾ ਔਖਾ ਲੱਗਦਾ। ਤਾਂ ਹੀ ਤੇ ਜਦੋਂ ਵਿਆਹ ਹੁੰਦਾ, ਨਿਕਾਹ ਤੇ ਵਚਨ ਪੜਿਆ ਜਾਂਦਾ, ਹੇ ਪਤਨੀ ਆਪਣੇ ਪਤੀਆਂ ਦੇ ਕੀ ਰਹੋ, ਜਿਸ ਤਰ੍ਹਾਂ ਕਿਤੇ, ਕਿਉਂਕਿ ਜਿਸ ਤਰ੍ਹਾਂ ਮਸੀਹ ਕਲੀਸਿਆ ਦਾ ਸਿਰ ਹੈ, ਉਸ ਤਰ੍ਹਾਂ ਪਤੀ ਵੀ ਕੀ ਹੈ, ਇੱਕ ਪਤਨੀ ਦਾ। ਇਸ ਤਰੀਕੇ ਨਾਲ ਕਲੀਸਿਆ ਨੂੰ ਸਮਝਾਇਆ ਗਿਆ ਕਿ ਕਲੀਸਿਆ ਪਰਮੇਸ਼ਰ ਦੇ ਅਧੀਨ ਹਮੇਸ਼ਾ ਰਵੇ। ਅਧੀਨਤਾ ਹੀ ਲਫ਼ਜ਼ ਇੱਕ ਯੂਨਾਨੀ ਫੌਜ ਦਾ ਲਫ਼ਜ਼ ਆ ਕਿ ਜੋ ਤੁਸੀਂ ਹੋ ਨਾ, ਆਪਣੇ ਅਹੁਦੇ ਦੇ ਅਨੁਸਾਰ ਠੀਕ ਉਹ ਵਿਵਹਾਰ ਕਰੋ। ਯੂਨਾਨੀ ਫੌਜ 'ਚ ਲਫ਼ਜ਼ ਵਰਤਿਆ ਗਿਆ ਸਭ ਤੋਂ ਪਹਿਲਾਂ, ਅਧੀਨ ਹੋ ਜਾਓ। ਅਧੀਨ ਦਾ ਮਤਲਬ ਜੋ ਤੁਸੀਂ ਹੋ, ਤੁਸੀਂ ਉਹ ਬਣ ਕੇ ਦੱਸੋ। ਹੁਣ ਇੱਕ ਫੌਜ ਦੇ ਵਿੱਚ ਇੱਕ ਆਮ ਰੰਗਰੂਟ, ਇੱਕ ਆਮ ਸਿਪਾਹੀ, ਉਹ ਜਨਰਲ ਵਾਂਗੂ ਬਿਹੇਵ ਕਰਨਾ ਸ਼ੁਰੂ ਕਰ ਦੇ, ਉਹ ਜਨਰਲਾਂ ਵਾਂਗੂ ਰਹਿਣਾ ਸ਼ੁਰੂ ਕਰ ਦੇ, ਤੇ ਫੌਜ ਦਾ ਕੀ ਬਣੂਗਾ? ਇੱਕ ਸਿਪਾਹੀ ਨੇ ਇੱਕ ਸਿਪਾਹੀ ਦੇ ਤਰੀਕੇ ਨਾਲ ਹੀ ਕੀ ਕਰਨਾ ਆ, ਵਿਹਾਰ ਕਰਨਾ। ਇੱਕ ਸਿਪਾਹੀ ਐਵੇਂ ਜਨਰਲ ਬਣ ਕੀ ਨਾ ਕਰੇ, ਆਰਡਰ ਨਾ ਮਾਰੇ। ਇਸ ਕਾਰਨ ਮਸੀਹੀ ਜੀਵਨ ਦੇ ਵਿੱਚ ਸਾਨੂੰ ਪਰਮੇਸ਼ਰ ਕਹਿੰਦਾ, ਤੁਸੀਂ ਮੇਰੀ ਅਧੀਨਤਾ ਹੀ ਸਵੀਕਾਰ ਕਰੋ, ਮੇਰੇ ਅਧੀਨ ਹੋ ਜਾਓ। ਅਸਲ 'ਚ ਉਹਦੇ ਵਿਰੁੱਧ ਹੋਣਾ ਕੀ ਆ? ਜੇ ਅਸੀਂ ਅਧੀਨਤਾ ਹੀ ਸਿੱਖ ਰਹੇ ਹਾਂ, ਤੇ ਫਿਰ ਇਹਦਾ ਮਤਲਬ ਇਹ ਕੱਢਨੇ ਕਿ ਉਹਦੇ ਵਿਰੁੱਧ ਕੀ ਚੀਜ਼ ਆ। ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੇ ਵਿਰੁੱਧ ਹੁੰਦੇ ਹਾਂ? ਜਦੋਂ ਅਸੀਂ ਪਰਮੇਸ਼ਰ ਦੇ ਵਿਰੁੱਧ
ਉਦੋਂ ਹੁੰਨੇ ਜਦੋਂ ਅਸੀਂ ਪਰਮੇਸ਼ਰ ਦੇ ਖਿਲਾਫ ਪਾਪ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀ ਮੰਨਦੇ ਨਹੀਂ, ਪਰਮੇਸ਼ਰ ਤੋਂ ਅੱਗੇ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਔਰ ਆਪਣੇ ਆਪ ਨੂੰ ਉੱਚਾ ਚੱਕਣ ਦੀ ਕੀ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਯਾਦ ਕਰੋ ਪਰਮੇਸ਼ਰ ਦੇ ਦਾਸ ਦਾਊਦ ਦੀ ਉਹ ਗਲਤੀ, ਬੇਰਸ਼ਬਾ ਦੇ ਨਾਲ ਇੱਕ ਗਲਤੀ ਹੋ ਗਈ। ਔਰ ਉਸ ਤੋਂ ਬਾਅਦ ਜਦੋਂ ਅਸੀਂ ਜ਼ਬੂਰ 32 ਪੜ੍ਹਦੇ ਹਾਂ, ਉਹਦੇ ਵਿੱਚ ਉਹ ਦੱਸਦਾ ਹੈ ਕਿਸ ਤਰ੍ਹਾਂ ਉਹ ਇੱਕ ਆਤਮਿਕ ਯੁੱਧ ਲੜ ਰਿਹਾ ਆ, ਕਿਸ ਤਰ੍ਹਾਂ ਉਹਦੀ ਆਤਮਾ, ਕਿਸ ਤਰ੍ਹਾਂ ਉਹ ਆਤਮਿਕ ਤੌਰ ਤੇ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਦੱਸ ਰਿਹਾ ਆ। ਪਰਮੇਸ਼ਰ ਦਾ, ਸ਼ੈਤਾਨ ਦਾ ਸਾਹਮਣਾ ਕਰਨਾ ਪਰਮੇਸ਼ਰ ਦੇ ਅਧੀਨ ਹੋਣਾ ਆ। ਜਦੋਂ ਤੁਸੀਂ ਸ਼ੈਤਾਨ ਦਾ ਸਾਹਮਣਾ ਕਰਨਾ ਸ਼ੁਰੂ ਕਰਦੇ ਹੋ ਨਾ, ਸਮਝੋ ਤੁਸੀਂ ਕਿਤੇ ਹੋ ਰਹੇ ਹੋ, ਸ਼ੈਤਾਨ ਪਰਮੇਸ਼ਰ ਦੇ ਅਧੀਨ ਹੋ ਰਹੇ। ਪਰ ਜਦੋਂ ਤੁਸੀਂ ਸ਼ੈਤਾਨ ਦੀ ਮੰਨ ਰਹੇ ਹੋ, ਤੁਸੀਂ ਪਰਮੇਸ਼ਰ ਦੇ ਖਿਲਾਫ ਕਰ ਰਹੇ ਹੋ, ਬਗਾਵਤ ਕਰ ਰਹੇ ਹੋ, ਪਰਮੇਸ਼ਰ ਦੇ ਖਿਲਾਫ ਖੜੇ ਹੋ ਰਹੇ ਹੋ। ਪਰ ਪਰਮੇਸ਼ਰ ਕਹਿੰਦਾ ਇਹ ਜੋ ਤੂੰ ਮੇਰੇ ਖਿਲਾਫ ਖੜਾ ਹੋ ਰਿਹਾ ਨਾ, ਇਹਨੂੰ ਆਪਣੇ ਆਪ ਨੂੰ ਕੀ ਕਰ, ਮੇਰੇ ਅਧੀਨ ਕਰ, ਮੇਰੇ ਅਧੀਨ ਕਰ। ਤੈਨੂੰ ਮੈਂ ਸੰਸਾਰ ਤੋਂ, ਸ਼ੈਤਾਨ ਤੋਂ ਔਰ ਤੇਰੇ ਸਰੀਰ ਤੇ ਫਤਹ ਪਾਉਣ ਦੀ ਮੈਂ ਤੈਨੂੰ ਬਲ ਦੇ ਦਿਆਂਗਾ, ਮੈਂ ਤੇਰੀ ਮਦਦ ਕਰਾਂਗਾ। ਪੜ੍ਹੀ ਜਰਾ ਜ਼ਬੂਰ 32 ਦੀ 1 ਤੋਂ ਲੈ ਕੇ 6 ਤੱਕ ਪੜ੍ਹੀਏ। ਧਨ ਹੈ ਉਹ ਜਿਹਦਾ ਅਪਰਾਧ ਖਿਮਾ ਹੋ ਗਿਆ, ਹਾਂ, ਜਿਹਦਾ ਪਾਪ ਟਕਿਆ ਹੋਇਆ ਹੈ। ਹੁਣ ਇਹਦਾ ਹਜੇ ਤੱਕ ਪਾਪ ਖਿਮਾ ਨਹੀਂ ਸੀ ਹੋਇਆ। ਇਹ ਕੀ ਚਾਹ ਰਿਹਾ, ਪ੍ਰਭੂ ਮੇਰਾ ਪਾਪ ਕੀ ਕਰ ਦੇ, ਤੂੰ ਮਾਫ ਕਰ ਦੇ। ਹਾਂ, ਧਨ ਹੈ ਉਹ ਆਦਮੀ, ਹਾਂ, ਜਿਹਦੀ ਬਦੀ ਯਹੋਵਾ ਉਹਦੇ ਲੇਖੇ ਨਹੀਂ ਲਾਉਂਦਾ, ਹਾਂ, ਅਤੇ ਜਿਹਦੇ ਆਤਮਾ ਵਿੱਚ ਕਪਟ ਨਹੀਂ। ਹਾਂ, ਜਦ ਮੈਂ ਚੁੱਪ ਕਰ ਰਿਹਾ, ਮੇਰੀਆਂ ਹੱਡੀਆਂ ਸਾਰਾ ਦਿਨ ਹੁੰਗਣ ਨਾਲ ਗਲ ਗਈਆਂ। ਕਹਿੰਦਾ ਮੇਰੀ ਐਸੀ ਹਾਲਾਤ ਹੋ ਗਈ ਆ ਕਿ ਮੇਰੀਆਂ ਹੱਡੀਆਂ ਸਾਰਾ ਦਿਨ ਹੁੰਗਣ ਨਾਲ ਕੀ ਹੋ ਗਈਆਂ ਨੇ, ਗਲ ਗਈਆਂ ਨੇ। ਹਾਂ, ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ। ਕਹਿੰਦਾ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਕੀ ਸੀ, ਕਿਉਂਕਿ ਮੈਂ ਤੇਰੇ ਨਾਲ ਬਗਾਵਤ ਕਰ ਰਿਹਾ ਸੀ। ਹਾਂ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ। ਕਹਿੰਦਾ ਜਿਹੜਾ ਸ਼ਾਂਤੀ, ਇਹ ਲਾਈਨ ਪੜਨਾ ਹਿੰਦੀ ਵਿੱਚ। क्योंकि रात दिन मैं तेरे हाथ के नीचे दबा रहा, हाँ, और मेरी तरावट धूप काल की सी। कहता मेरी शांति, जो तू मेरे मन च एक आत्मिक शांति पाई सी, वो शांति रही नहीं, वो शांति ऐसी तब्दील हो गई। पढ़ो, धूप काल काल की सी जुराहट बनती। कहता जिस तरह कड़क धुप दे विच बंदा परेशान होंदा, उस तरह मैं परेशान रहिंदा हां। हाँ जी, मैं तेरे अगे अपने पाप दा इकरार कीता। हुण फिर आपदा की कीता, परमेश्वर दे अगे की होया, वो अधीन होया। हाँ, अते अपनी बदी नहीं लुकाई, और अपनी बदी मैं नहीं लुकाई। मैं आख्या कि मैं अपने अपराधां नूं यहोवा दे अगे मन लवांगा। हाँ, तां मैं आप मेरे पाप दी बदी नूं चुक लिया। कहता तू मेरे पाप दी बदी नूं चुक लिया। हाँ, तैं आप मेरे पाप दी बदी नूं चुक लिया, इस करके हर एक संत तेरे लभ पैण दे वेले तेरे अगे प्रार्थना करे। हाँ, कहता तेरे जदों तू ਉਹਨੂੰ मिल जावे, वो तेरे अगे चुक जावे। हर संत कहन तो मतलब है कलीसिया ਦਾ हर एक मैंबर, पूरे मसीही लोग ਉਹਦੇ ਅੱਗੇ ਕੀ ਹੋ ਜਾਣ, ਝੁਕ ਜਾਣ। ਹਾਂ, सचमुच जद वड्डे पानियां दे हड़ आउण तां ਉਹ ਉਸ ਤੋੜੀ ਕਦੇ ਨਹੀਂ ਅਪੜਨਗੇ। ਕਹਿੰਦਾ ਬੇਸ਼ੱਕ ਕੁਝ ਵੀ ਹੋ ਜਾਏ, ਉਸ ਤੋੜੀ ਕੋਈ ਵੀ ਬਰਿਆਈ ਪਹੁੰਚੇਗੀ ਹੀ ਨਹੀਂ। ਪੜ੍ਹ ਦੋ, ਸਾਰਾ ਪੜ੍ਹਦੇ ਇਹਨੂੰ। ਤੂੰ ਮੇਰੇ ਲੁਕਣ ਦਾ ਥਾਂ ਹੈ। ਫੇਰ ਕਹਿੰਦਾ ਤੂੰ ਮੇਰੇ ਕੀ ਬਣਿਆ ਆ, ਲੁਕਣ ਦਾ ਥਾਂ ਬਣਿਆ। ਹਾਂ, ਤੂੰ ਮੈਨੂੰ ਤੰਗੀ ਤੋਂ ਬਚਾ ਰੱਖੇਗਾ। ਤੂੰ ਮੈਨੂੰ ਤੰਗੀ ਤੋਂ ਕੀ ਕਰੇਗਾ। ਹੁਣ ਮਿਲੀ ਇਹਨੂੰ ਜਾ ਕੇ ਸ਼ਾਂਤੀ। ਜਦੋਂ ਇਹਨੇ ਪਰਮੇਸ਼ਰ ਦੇ ਅੱਗੇ ਸਰੈਂਡਰ ਕੀਤਾ ਆ, ਫਿਰ ਇਹਨੇ ਆਪਣੇ ਜੀਵਨ ਦੇ ਵਿੱਚ ਕੀ ਪਾਈ ਆ, ਇੱਕ ਆਤਮਿਕ ਸ਼ਾਂਤੀ ਪਾਈ ਆ। ਇਸ ਕਾਰਨ ਜੇਕਰ ਤੁਸੀਂ ਵੀ ਇੱਕ ਆਤਮਿਕ ਫਤਿਹਮੰਦ ਜੀਵਨ ਜੀਣਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰੋ। ਪਰਮੇਸ਼ਰ ਦੇ ਅਧੀਨ ਕਰਨ ਦਾ ਮਤਲਬ ਪਰਮੇਸ਼ਰ ਦੀ ਮੰਨੋ, ਪਰਮੇਸ਼ਰ ਦੀ ਆਗਿਆਕਾਰੀ ਕਰੋ, ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲੋ। ਇਹ ਨਹੀਂ ਕਿ ਸ਼ੈਤਾਨ ਜੋ ਵੀ ਤੁਹਾਡੇ ਮਨ 'ਚ ਇਸ ਵਚਨ ਦੇ ਖਿਲਾਫ ਜਾਂ ਕਿਸੇ ਵੀ ਤਰੀਕੇ ਨਾਲ ਪਰਮੇਸ਼ਰ ਦੇ ਖਿਲਾਫ ਕੋਈ ਗੱਲ ਪਾਉਂਦਾ ਆ, ਤੁਸੀਂ ਉਧਰ ਚੱਲ ਪਵੋ। ਜਾਂ ਸ਼ੈਤਾਨ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮੋਹ ਇਛਾ ਲਾਲਚ ਲੈ ਕੇ ਆਉਂਦਾ ਆ, ਤੁਸੀਂ ਉਧਰ ਚੱਲ ਪਵੋ। ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ। ਪਰਮੇਸ਼ਰ ਤੁਹਾਨੂੰ ਸਰੀਰ, ਸੰਸਾਰ ਤੇ ਸ਼ੈਤਾਨ ਉਤੇ ਫਤਹ ਪਾਉਣ ਦਾ ਬਲ ਕੀ ਕਰ ਦੇਗਾ, ਬਖਸ਼ ਦੇਗਾ।
ਫਿਰ ਤੁਸੀਂ ਦੇਖਿਓ ਆਪਣੀ ਆਤਮਿਕ ਜ਼ਿੰਦਗੀ ਕੀ ਹੁੰਦੀ ਆ। ਜੇਕਰ ਤੁਸੀਂ ਇਸੇ ਤਰੀਕੇ ਨਾਲ ਚੱਲਦੇ ਰਹੇ ਨਾ, ਮਸੀਹ ਨਾਲ ਬਗਾਵਤ ਕਰਦੇ ਰਹੇ, ਸੰਸਾਰ ਦੀ ਵੀ, ਸ਼ੈਤਾਨ ਦੀ ਵੀ ਔਰ ਆਪਣੇ ਸਰੀਰ ਦੀ ਮੰਨਦੇ ਰਹੇ, ਤੇ ਤੁਸੀਂ ਤੁਹਾਡਾ ਵੀ ਹਾਲਾਤ ਦੌਦ ਵਰਗੀ ਹੋਵੇਗੀ। ਕਹਿੰਦਾ ਦਿਨ ਰਾਤ ਮੇਰੀਆਂ ਹੱਡੀਆਂ ਮੇਰੇ ਅੰਦਰ ਕੀ ਕਰਦੀਆਂ ਸੀ? ਉਂਘਦੀਆਂ ਸੀ। ਮੈਨੂੰ ਇਉਂ ਲੱਗਦਾ ਸੀ ਤੇਰਾ ਹੱਥ ਮੈਨੂੰ ਕੀ ਕਰ ਰਿਹਾ ਆ? ਦਬਾ ਰਿਹਾ ਆ। ਮੈਂ ਉੱਠਣਾ ਚਾਹੁੰਦਾ ਆ ਪਰ ਤੂੰ ਕੀ ਕਰ ਰਿਹਾ? ਮੈਨੂੰ ਦਬਾ ਰਿਹਾ, ਕਿ ਤੂੰ ਮੇਰੇ ਨਾਲ ਲੜ ਰਿਹਾ। ਅਸੀਂ ਪਰਮੇਸ਼ਰ ਨਾਲ ਲੜ ਸਕਦੇ ਹਾਂ? ਪਰਮੇਸ਼ਰ ਉਹ ਆ ਜਿਹੜਾ ਭਸਮ ਕਰ ਦੇਣ ਵਾਲੀ ਕੀ ਆ। ਇਸ ਕਰਕੇ ਉਹਦੇ ਨਾਲ ਲੜੋ ਨਹੀਂ, ਉਹਦੇ ਖਿਲਾਫ ਨਾ ਉੱਠੋ, ਉਹਦੇ ਅਧੀਨ ਹੋ ਜਾਓ। ਹਾਲੇਲੂਇਆ। ਜਦੋਂ ਤੁਸੀਂ ਉਹਦੇ ਅਧੀਨ ਹੋਵੋਗੇ, ਤੁਸੀਂ ਸੰਸਾਰ, ਸ਼ੈਤਾਨ ਔਰ ਆਪਣੇ ਸਰੀਰ ਤੇ ਫਤਹਿਮੰਦ ਪਾਇਆ ਆਪਣੇ ਆਪ ਨੂੰ ਮਹਿਸੂਸ ਕਰੋਗੇ। ਫਿਰ ਤੁਹਾਡੇ ਅੰਦਰੋਂ ਨਿਕਲਣਗੇ ਅਸਲੀ ਜੈਕਾਰੇ। ਫਿਰ ਤੁਸੀਂ ਕਹੋਗੇ ਜੈ ਜੈਕਾਰ ਪਰਮੇਸ਼ਰ, ਇਹ ਹੈ ਤੇਰੀ ਮਹਾਨ ਕਿਰਪਾ। ਤੂੰ ਮੈਨੂੰ ਸੰਸਾਰ, ਸ਼ੈਤਾਨ ਔਰ ਸਰੀਰ ਤੇ ਫਤਹ ਪਾਉਣ ਦੀ ਕੀ ਦਿੱਤੀ ਆ? ਬਲ ਦਿੱਤਾ। ਅੱਗੇ ਪੜ੍ਹਦੇ ਹਾਂ ਜੀ। ਦੂਸਰਾ ਤਰੀਕਾ, ਯਾਕੂਬ ਦੀ ਪੱਤਰੀ 4 ਬਾਬ ਉਹਦਾ 8 ਵਚਨ। ਪਰਮੇਸ਼ਰ ਦੇ ਨੇੜੇ ਜਾਓ ਹਾਂ, ਤਾਂ ਉਹ ਤੁਹਾਡੇ ਨੇੜੇ ਆਵੇਗਾ। ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਕੀ ਕਰੇਗਾ? ਤੁਹਾਡੇ ਨੇੜੇ ਆਵੇਗਾ। ਪਹਿਲਾ ਸੀ ਪਰਮੇਸ਼ਰ ਦੇ ਕੀ ਹੋ ਜਾਓ? ਅਧੀਨ ਹੋ ਜਾਓ। ਹੁਣ ਦੂਸਰਾ ਲਫ਼ਜ਼ ਕੀ ਕਹਿੰਦਾ? ਤੁਸੀਂ ਕੀ ਆ ਜਾਓ? ਪਰਮੇਸ਼ਰ ਦੇ ਨਜ਼ਦੀਕ ਆ ਜਾਓ, ਜਾਂ ਪਰਮੇਸ਼ਰ ਦੇ ਨੇੜੇ ਆ ਜਾਓ। ਹੁਣ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨੇੜੇ ਆ ਸਕਦੇ ਹਾਂ? ਪਾਪ ਦਾ ਇਨਕਾਰ ਕਰਕੇ, ਆਪਣੇ ਆਪ ਨੂੰ ਸ਼ੁੱਧ ਕਰਕੇ ਅਸੀਂ ਕੀ ਕਰ ਸਕਦੇ ਹਾਂ? ਪਰਮੇਸ਼ਰ ਦੇ ਨਜ਼ਦੀਕ ਆ ਸਕਦੇ ਹਾਂ। ਕਿਉਂਕਿ ਪਰਮੇਸ਼ਰ ਦੇ ਨਜ਼ਦੀਕ ਆਉਣ ਦਾ ਇੱਕੋ ਹੀ ਢੰਗ ਸੀ ਜੋ ਪਿੱਛੇ ਸਾਨੂੰ ਬਣਾ ਕੇ, ਦਿਖਾ ਕੇ ਮਿਲਾਪ ਦੇ ਤੰਬੂ ਦੇ ਦੁਆਰਾ ਸਮਝਾਇਆ ਗਿਆ। ਵਿਹੜਾ, ਪਵਿੱਤਰ ਸਥਾਨ ਤੇ ਅਤ ਪਵਿੱਤਰ ਸਥਾਨ। ਕਿ ਜੇਕਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਉਸ ਯਾਜਕ ਦੀ ਤਰ੍ਹਾਂ ਸਾਲ, ਜਿਸ ਤਰ੍ਹਾਂ ਉਹ ਸਾਲ 'ਚ ਇੱਕ ਵਾਰ ਆਪਣੇ ਆਪ ਨੂੰ ਕੀ ਕਰਦਾ ਸੀ? ਪਵਿੱਤਰ ਕਰਦਾ ਸੀ, ਸ਼ੁੱਧ ਕਰਦਾ ਸੀ, ਤੇ ਉਹਨੂੰ ਮਿਲਣ ਲਈ ਕੀ ਜਾਂਦਾ ਸੀ? ਇਸ ਤਰ੍ਹਾਂ ਪਰਮੇਸ਼ਰ ਨੇ ਕਿਹਾ, ਕਹਿੰਦਾ ਤੁਸੀਂ ਵੀ ਆਪਣੇ ਆਪ ਨੂੰ ਕੀ ਕਰੋ? ਪਵਿੱਤਰ ਕਰੋ, ਜਿਵੇਂ ਕਿ ਤੁਹਾਡਾ ਯਹੋਵਾ ਪਰਮੇਸ਼ਰ ਕੀ ਆ? ਪਵਿੱਤਰ ਆ। ਜਦੋਂ ਤੁਸੀਂ ਪਵਿੱਤਰਤਾ ਹੀ 'ਚ ਅੱਗੇ ਵਧੋਗੇ, ਤੁਸੀਂ ਜਦੋਂ ਸ਼ੁੱਧ ਹੋ ਰਹੇ ਹੋ ਆਪਣੇ ਸ਼ੁੱਧੀਕਰਨ ਦੇ ਦੁਆਰਾ, ਤੁਸੀਂ ਪਰਮੇਸ਼ਰ ਦੇ ਹੋਰ ਕੀ ਹੋ ਰਹੇ ਹੋ? ਨਜ਼ਦੀਕ ਹੋ ਰਹੇ ਹੋ। ਜੇਕਰ ਤੁਸੀਂ ਪਰਮੇਸ਼ਰ ਦੇ ਨਜ਼ਦੀਕ ਆਉਣਾ ਚਾਹੁੰਦੇ ਹੋ, ਇੱਕੋ ਹੱਲ ਆ, ਆਪਣੇ ਆਪ ਨੂੰ ਪਵਿੱਤਰ ਕਰਨਾ ਸ਼ੁਰੂ ਕਰ ਦਿਓ, ਆਪਣੇ ਆਪ ਨੂੰ ਸ਼ੁੱਧ ਕਰਨਾ ਸ਼ੁਰੂ ਕਰ ਦਿਓ। ਸਾਨੂੰ ਪਰਮੇਸ਼ਰ ਦੀ ਨਜ਼ਦੀਕੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਔਰ ਇਹ ਸਭ ਕਿਉਂ ਨਹੀਂ ਸ਼ੈਤਾਨ ਹੋਣ ਦੇਣਾ ਚਾਹੁੰਦਾ? ਕਿਉਂ ਸ਼ੈਤਾਨ ਬਾਰ-ਬਾਰ ਸਾਡੇ ਜੀਵਨ ਦੇ ਵਿੱਚ ਅਪਵਿੱਤਰਤਾ ਹੀ ਲੈ ਕੇ ਆਉਂਦਾ ਹੈ? ਕਿਉਂ ਪਾਪ ਲੈ ਕੇ ਆਉਂਦਾ ਹੈ? ਕਿ ਜੇਕਰ ਅਸੀਂ ਸ਼ੁੱਧ ਹੋ ਗਏ ਨਾ, ਅਸੀਂ ਕੀ ਹੋ ਜਾਵਾਂਗੇ? ਪਰਮੇਸ਼ਰ ਦੇ ਨਜ਼ਦੀਕ। ਇਸੇ ਤਰ੍ਹਾਂ ਜਦੋਂ ਅਸੀਂ ਪੁਰਾਣੇ ਨਿਯਮ 'ਚ ਵੇਖਦੇ ਹਾਂ, ਉੱਥੇ ਕੀ ਦੇਖਦੇ ਹਾਂ? ਕਿ ਇਨਸਾਨ, ਸ਼ੈਤਾਨ ਨੂੰ ਜਦੋਂ ਸਜ਼ਾ ਦਿੱਤੀ ਹੈ ਪਰਮੇਸ਼ਰ ਨੇ, ਉਹਨੇ ਕਿਹਾ ਕਿ ਇਹ ਆਦਮ, ਇਹ ਸੱਪ ਜਿਹਦੀ ਤੁਸੀਂ ਮੰਨੀ ਆ, ਇਹ ਤੇਰੀ ਅੱਡੀ ਨੂੰ ਕੀ ਮਾਰੇਗਾ? ਤੇ ਇਸਤਰੀ ਦੀ ਸੰਤਾਨ ਕੀ ਕਰੇਗੀ? ਇਹਦੇ ਤੇ ਪ੍ਰਬਲ ਹੋਵੇਗੀ। ਇਸ ਕਾਰਨ ਸ਼ੈਤਾਨ ਨੇ ਲਿਖਿਆ, ਜਦੋਂ ਇੱਥੇ ਦੁਨੀਆ ਤੇ ਇੰਨਾ ਜ਼ਿਆਦਾ ਪਾਪ ਨਹੀਂ ਫੈਲਾ ਸਕਿਆ, ਉਹਨੇ ਫਿਰ ਆਪਣੇ ਦੂਤਾਂ ਨੂੰ ਭੇਜਿਆ। ਸ਼ੈਤਾਨੀ ਆਤਮਾ ਨੇ ਆ ਕੇ ਉਥੋਂ ਦੀਆਂ ਔਰਤਾਂ ਨੂੰ, ਲੜਕੀਆਂ ਨੂੰ ਭ੍ਰਿਸ਼ਟ ਕੀਤਾ ਕਿ ਇਹ ਕੀ ਨਾ ਹੋ ਜਾਣ, ਪਵਿੱਤਰਤਾਈ ਦੇ ਵੱਲ ਵੱਧ ਨਾ ਜਾਣ। ਪਰ ਤੁਸੀਂ ਯਾਦ ਰੱਖੋ, ਉਹ ਪੁਰਾਣਾ ਨਿਯਮ ਸੀ। ਪੁਰਾਣੇ ਨਿਯਮ 'ਚ ਹੋ ਸਕਦਾ ਸੀ, ਪਰ ਹੁਣ ਨਹੀਂ ਹੋ ਸਕਦਾ। ਹੁਣ ਪਰਮੇਸ਼ਰ ਤੁਹਾਡੀ ਸੁਰੱਖਿਆ ਦੇ ਲਈ ਤੁਹਾਡੇ ਅੰਦਰ ਆ। ਪਰਮੇਸ਼ਰ ਤੁਹਾਡੇ ਨਾਲ ਹੈ। ਉਹ ਕਹਿੰਦਾ, ਨਾ ਮੈਂ ਤੈਨੂੰ ਕਦੀ ਛੱਡਾਂਗਾ, ਨਾ ਮੈਂ ਤੈਨੂੰ ਕੀ ਕਰਾਂਗਾ? ਕਦੀ ਤਿਆਗਾਂਗਾ। ਇਸ ਕਰਕੇ ਪਰਮੇਸ਼ਰ ਦੇ ਨਜ਼ਦੀਕ ਹੋ ਜਾਓ, ਪਰਮੇਸ਼ਰ ਦੇ ਨੇੜੇ ਜਾਓ। ਪਰਮੇਸ਼ਰ ਦੇ ਨੇੜੇ ਜਾਣ ਦਾ ਇਹ ਮਤਲਬ ਨਹੀਂ ਆ ਕਿ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ, ਤੁਸੀਂ ਚਰਚ ਜਾਂਦੇ ਹੋ। ਇੱਕ ਰੂਟੀਨਾ ਨੇ। ਹਰ ਕੋਈ ਬਾਈਬਲ ਪੜ੍ਹਨ ਵਾਲਾ, ਹਰ ਕੋਈ ਚਰਚ ਜਾਣ ਵਾਲਾ ਪਵਿੱਤਰ ਨਹੀਂ ਹੁੰਦਾ। ਪਵਿੱਤਰਤਾਈ ਦਾ ਮਤਲਬ ਕੀ ਆ? ਪਰਮੇਸ਼ਰ ਦੇ ਨੇੜੇ ਜਾਣ ਦਾ ਮਤਲਬ ਕੀ ਆ? ਪਰਮੇਸ਼ਰ ਦੇ ਨੇੜੇ ਜਾਣ ਦਾ ਮਤਲਬ ਇਹ ਹੁੰਦਾ ਆ ਕਿ ਜਦੋਂ ਤੁਸੀਂ ਉਹਦੀ ਆਵਾਜ਼ ਸੁਣ ਰਹੇ ਹੋ ਤੇ ਜਦੋਂ ਉਹ ਤੁਹਾਡੀ ਆਵਾਜ਼ ਕੀ ਕਰ ਰਿਹਾ? ਸੁਣ ਰਿਹਾ। ਤੁਸੀਂ ਆਪਣੀ ਆਵਾਜ਼ ਉਹਨੂੰ ਸੁਣਾ ਰਹੇ ਹੋ ਤੇ ਉਹ ਵੀ ਤੁਹਾਨੂੰ ਕੀ ਕਰ ਰਿਹਾ? ਜਦੋਂ ਤੁਸੀਂ ਦੋਨੋਂ ਇੱਕ ਦੂਸਰੇ ਨਾਲ ਗੱਲ ਕਰਦੇ ਹੋ, ਜੇ ਤੁਸੀਂ ਦੋਨੋਂ ਇੱਕ ਦੂਸਰੇ ਦੀ ਸੁਣ ਰਹੇ ਹੋ, ਇਹਦਾ ਮਤਲਬ ਤੁਹਾਡੇ ਵਿੱਚ ਔਰ ਪਰਮੇਸ਼ਰ ਦੇ ਵਿੱਚ ਇੱਕ ਨਜ਼ਦੀਕੀ ਸੰਬੰਧ ਕੀ ਹੋ ਚੁੱਕਾ ਆ? ਬਣ ਚੁੱਕਾ ਆ। ਹਾਲੇਲੂਇਆ। ਇਹ ਕਿਸ ਤਰ੍ਹਾਂ ਹੋਏਗਾ? ਜਦੋਂ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰਦੇ ਜਾਓਗੇ, ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰਦੇ ਜਾਓਗੇ, ਤੇ ਉਸ ਪਵਿੱਤਰ ਪਰਮੇਸ਼ਰ ਦੇ ਹੋਰ ਵੀ ਕੀ ਹੁੰਦੇ ਜਾਓਗੇ? ਨੇੜੇ ਹੋ ਜਾਓਗੇ। ਪਰਮੇਸ਼ਰ ਕਹਿੰਦਾ, ਤੁਸੀਂ ਮੇਰੇ ਵੱਲ ਵਧੋ ਤੇ ਮੈਂ ਕੀ ਕਰਾਂਗਾ?
ਪਵਿੱਤਰਤਾਈ ਦੇ ਵਿੱਚ ਤੁਸੀਂ ਵੱਧਦੇ ਜਾਓ, ਆਪਣੇ ਆਪ ਨੂੰ ਸ਼ੁੱਧ ਕਰਦੇ ਵੱਧਦੇ ਜਾਓ। ਮੈਂ ਵੀ ਤੁਹਾਡੇ ਵੱਲ ਵਧਣ ਤੋਂ ਕਦੀ ਝਿਜਕਾਂਗਾ ਨਹੀਂ, ਮੈਂ ਤੁਹਾਡਾ ਪਰਮੇਸ਼ਰ ਕਹਾਉਣ ਤੋਂ ਕਦੀ ਸ਼ਰਮਾਵਾਂਗਾ ਨਹੀਂ। ਤੁਸੀਂ ਮੇਰੀ ਪ੍ਰਜਾ ਹੋਵੋਗੇ ਤੇ ਮੈਂ ਤੁਹਾਡਾ ਕੀ ਹੋਵਾਂਗਾ? ਪਰਮੇਸ਼ਰ ਹੋਵਾਂਗਾ। ਤੁਸੀਂ ਬੋਲੋਗੇ ਤੇ ਮੈਂ ਫਿਰ ਕੀ ਕਰਾਂਗਾ? ਤੁਹਾਡੀ ਸੁਣਾਂਗਾ। ਤੁਸੀਂ ਪੁਕਾਰੋਗੇ ਤੇ ਮੈਂ ਤੁਹਾਨੂੰ ਕੀ ਦੇਵਾਂਗਾ? ਉੱਤਰ ਦੇਵਾਂਗਾ। ਇਹ ਕਦੋਂ ਹੋਵੇਗਾ? ਜਦੋਂ ਅਸੀਂ ਸ਼ੁੱਧਤਾਈ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਦੇ ਪਰਮੇਸ਼ਰ ਦੇ ਵੱਲ ਕੀ ਕਰਦੇ ਜਾਵਾਂਗੇ? ਵੱਧਦੇ ਜਾਵਾਂਗੇ। ਸੰਸਾਰ, ਸਰੀਰ ਔਰ ਸ਼ੈਤਾਨ ਤੇ ਫਤਹ ਪਾਉਣ ਦਾ ਤਰੀਕਾ ਕੀ ਦੱਸ ਰਿਹਾ ਪਰਮੇਸ਼ਰ ਦਾ ਵਚਨ? ਸਭ ਤੋਂ ਪਹਿਲਾਂ ਪਰਮੇਸ਼ਰ ਦੇ ਕੀ ਹੋ ਜਾਓ? ਅਧੀਨ ਹੋ ਜਾਓ। ਦੂਸਰਾ, ਤੁਸੀਂ ਪਰਮੇਸ਼ਰ ਦੇ ਕੀ ਜਾਓ? ਨੇੜੇ ਜਾਓ। ਇਸ ਵਿਸ਼ੇ ਨੂੰ ਮੈਂ ਹੋਰ ਵੀ ਬੜੇ ਨਾਂ ਦੇ ਸਕਦਾ ਸੀ, ਪਰ ਇਸ ਵਿਸ਼ੇ ਨੂੰ ਮੈਂ ਇੱਕ ਨਾਂ ਦਿੱਤਾ, ਪਰਮੇਸ਼ਰ ਦੇ ਕੀ ਜਾਓ? ਨੇੜੇ ਜਾਓ। ਕਿਉਂਕਿ ਪਰਮੇਸ਼ਰ ਦੇ ਨੇੜੇ ਜਾਣਾ ਹੀ ਸਭ ਤੋਂ ਵੱਡਾ ਸੁਭਾਗ ਆ। ਪਰਮੇਸ਼ਰ ਦੇ ਨੇੜੇ ਜਾਣਾ ਹੀ ਸਭ ਤੋਂ ਵੱਡੀ ਆਤਮਿਕ ਖੁਸ਼ੀ ਆ। ਪਰਮੇਸ਼ਰ ਦੇ ਨੇੜੇ ਜਾਣਾ ਹੀ ਇੱਕ ਵਿਸ਼ਵਾਸੀ ਦੇ ਲਈ ਸਭ ਤੋਂ ਵੱਡੀ ਮਾਣ ਦੀ ਗੱਲ ਆ। ਤੁਸੀਂ ਕਿਹਦੇ ਨੇੜੇ ਜਾ ਰਹੇ ਹੋ? ਉਹ ਜਿਨੇ ਇਸ ਧਰਤੀ, ਇਸ ਆਕਾਸ਼ ਨੂੰ ਕੀ ਕੀਤਾ ਆ? ਬਣਾਇਆ ਹੈ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ ਜੀ। ਤੀਸਰਾ ਹੱਲ, ਯਾਕੂਬ 4 ਬਾਬ ਉਹਦਾ 10 ਵਚਨ। ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ। ਹਾਂ, ਪ੍ਰਭੂ ਦੇ ਅੱਗੇ ਕੀ ਕਰੋ? ਪਹਿਲੇ ਸੀ ਪ੍ਰਭੂ ਦੇ ਅਧੀਨ ਹੋ ਜਾਓ, ਦੂਸਰਾ ਪ੍ਰਭੂ ਦੇ ਨੇੜੇ ਜਾਓ। ਹੁਣ ਪਰਮੇਸ਼ਰ ਦੇ ਅੱਗੇ ਕੀ ਹੋਵੋ? ਦੀਨ ਹੋਵੋ, ਉਹਦੇ ਅੱਗੇ ਨੀਵੇਂ ਹੋ ਜਾਓ। ਬਾਹਰੀ ਤੌਰ ਤੇ ਵੀ ਤੇ ਅੰਦਰੂਨੀ ਤੌਰ ਤੇ ਵੀ ਨੀਵੇਂ ਹੋਣ ਨੂੰ ਦਰਸਾਉਂਦਾ ਹੈ। ਹੁਣ ਜਦੋਂ ਕਿਤੇ ਅਸੀਂ ਪਰਮੇਸ਼ਰ ਦੇ ਅੱਗੇ ਝੁਕਦੇ ਹਾਂ, ਅਸੀਂ ਆਪਣੇ ਘੁਟਨੇ ਤੇ ਟੇਕ ਲਏ, ਆਪਣੇ ਸਿਰ ਤੇ ਝੁਕਾ ਲਏ, ਕਿ ਅੰਦਰੋਂ ਵੀ ਅਸੀਂ ਝੁਕ ਰਹੇ ਹਾਂ? ਕਿ ਅੰਦਰੂਨੀ ਤੌਰ ਤੇ ਵੀ ਅਸੀਂ ਦੰਡਵਤ ਕਰ ਰਹੇ ਹਾਂ ਉਹਨੂੰ? ਕਈ ਵਾਰ ਮਸੀਹੀਆਂ 'ਚ 2 ਗੜਬੜੀਆਂ ਪਾਈਆਂ ਜਾਂਦੀਆਂ ਨੇ। ਮਸੀਹੀ ਦਾ ਸਰੀਰ ਤੇ ਝੁਕ ਰਿਹਾ ਆ, ਪਰ ਅੰਦਰੋਂ ਹਜੇ ਵੀ ਕੀ ਆ? ਪਰਮੇਸ਼ਰ ਦੀ ਖਿਲਾਫਤ ਦੇ ਵਿੱਚ ਹੀ ਆ। ਇਸ ਕਰਕੇ ਪਰਮੇਸ਼ਰ ਕਹਿੰਦਾ ਬਾਹਰੋਂ ਤੇ ਅੰਦਰੋਂ ਵੀ ਕੀ ਹੋ ਜਾ? ਤੂੰ ਮੇਰੇ ਅੱਗੇ ਝੁਕ ਜਾ। ਅੰਦਰੂਨੀ ਤੌਰ ਤੇ ਦੀਨ ਬਣਨਾ। ਅੰਦਰੂਨੀ ਤੌਰ ਤੇ ਝੁਕਣਾ ਕੀ ਆ? ਜਦੋਂ ਅਸੀਂ ਇਹਦੇ ਵਾਸਤੇ ਪੜ੍ਹੀਏ ਯਾਕੂਬ 4:9, ਦੁਖੀ ਹੋਵੋ, ਹਾਂ, ਸੋਗ ਕਰੋ। ਇਹ ਫਿਰ ਝੁਕਣਾ, ਅੰਦਰੂਨੀ ਤੌਰ ਤੇ ਦੀਨ ਹੋਣਾ ਤੇ ਕੀ ਕਰਨਾ ਪੈਣਾ? ਸਾਨੂੰ ਦੁਖੀ ਹੋਣਾ ਪੈਣਾ। ਨੰਬਰ 2, ਸੋਗ ਕਰੋ, ਸੋਗ ਕਰੋ ਅਤੇ ਰੋਵੋ, ਔਰ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਕਹਿੰਦਾ ਜਾਵੇ। ਤੁਹਾਡਾ ਹਾਸਾ ਸੋਗ ਦੇ ਨਾਲ ਤੇ ਤੁਹਾਡਾ ਆਨੰਦ ਉਦਾਸੀ ਨਾਲ ਕੀ ਹੋ ਜਾਵੇਗਾ? ਬਦਲ ਜਾਵੇਗਾ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਕੀ ਹੈ? ਜਦੋਂ ਤੁਸੀਂ ਆਪਣੇ ਪਾਪਾਂ ਦੇ ਲਈ, ਜਦੋਂ ਤੁਸੀਂ ਆਪਣੀਆਂ ਕੀਤੀਆਂ ਗਲਤੀਆਂ ਦੇ ਲਈ, ਜਦੋਂ ਤੁਸੀਂ ਆਪਣੇ ਅਪਰਾਧਾਂ ਦੇ ਲਈ ਪਰਮੇਸ਼ਰ ਦੇ ਅੱਗੇ ਰੋ ਰੋ ਕੇ ਦੁਹਾਈ ਦੇਵੋਗੇ, ਜਦੋਂ ਤੁਸੀਂ ਪਰਮੇਸ਼ਰ ਦੇ ਅੱਗੇ ਪਛਤਾਪ ਨਾਲ ਰੋਵੋਗੇ, ਪਰਮੇਸ਼ਰ ਮੈਂ ਤੇਰੇ ਖਿਲਾਫ ਹੋ ਗਿਆ ਸੀ, ਮੈਂ ਤੇਰੀ ਬਗਾਵਤ ਦੇ ਵਿੱਚ ਚਲਾ ਗਿਆ ਸੀ, ਮੈਂ ਤੇਰੇ ਅਧੀਨ ਨਾ ਹੋ ਕੇ ਤੇਰਾ ਸਾਹਮਣਾ ਕਰ ਰਿਹਾ ਸੀ, ਪਰ ਮੈਨੂੰ ਸਾਹਮਣਾ ਕਰਨਾ ਸੀ ਸ਼ੈਤਾਨ ਦਾ, ਮੈਂ ਸਾਹਮਣਾ ਕਰਨਾ ਸੀ ਸ਼ੈਤਾਨ ਦੀਆਂ ਗੱਲਾਂ ਦਾ, ਸੰਸਾਰ ਦਾ, ਪਰ ਮੈਂ ਕਿਹਦਾ ਕਰ ਰਿਹਾ ਸੀ? ਇਹਨਾਂ ਗੱਲਾਂ ਨੂੰ ਯਾਦ ਕਰਕੇ ਜਦੋਂ ਤੁਸੀਂ ਪਰਮੇਸ਼ਰ ਦੇ ਸਾਹਮਣੇ ਰੋਂਦੇ ਹੋ, ਇਹਦਾ ਮਤਲਬ ਹੈ ਤੁਸੀਂ ਪਰਮੇਸ਼ਰ ਦੇ ਅੱਗੇ ਕੀ ਹੋ ਰਹੇ ਹੋ? ਦੀਨ ਹੋ ਰਹੇ ਹੋ ਜਾਂ ਝੁਕ ਰਹੇ ਹੋ। ਤੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਸੀ ਸ਼ੁਰੂ 'ਚ? ਉਹ ਕਮੰਡੀਆਂ ਦਾ ਕੀ ਕਰਦਾ ਆ? ਸਾਹਮਣਾ ਕਰਦਾ। ਤੇ ਦੀਨਾਂ ਦਾ ਕੀ ਕਰਦਾ ਆ? ਤੁਸੀਂ ਕੀ ਬਣਨਾ ਚਾਹੁੰਦੇ ਹੋ? ਤੁਸੀਂ ਕਮੰਡੀ ਬਣਨਾ ਚਾਹੁੰਦੇ ਹੋ ਜਾਂ ਦੀਨ ਕਰਦੇ? ਕਿਉਂਕਿ ਪਰਮੇਸ਼ਰ ਦੇ ਵਚਨ ਲਿਖਿਆ, ਜੋ ਸੋਗ ਕਰਦੇ ਨੇ ਕੀ ਕੀਤੇ ਜਾਣਗੇ? ਸ਼ਾਂਤ ਕੀਤੇ ਜਾਣਗੇ। ਤੇ ਟੁੱਟੇ ਦਿਲ ਨੂੰ ਪ੍ਰਭੂ ਕਦੇ ਵੀ ਤੁੱਛ ਨਹੀਂ ਜਾਣੇਗਾ। ਇਸ ਕਾਰਨ ਪਰਮੇਸ਼ਰ ਅੱਜ ਇਹਨਾਂ ਗੱਲਾਂ ਦੇ ਦੁਆਰਾ, ਇਹਨਾਂ ਵਚਨਾਂ ਦੁਆਰਾ ਸਾਡੇ ਨਾਲ ਗੱਲ ਕਰ ਰਿਹਾ ਆ। ਤੁਹਾਡੀ ਲੜਾਈ ਸੰਸਾਰ, ਸਰੀਰ ਔਰ ਸ਼ੈਤਾਨ ਦੇ ਨਾਲ ਆ। 3 ਤਰੀਕੇ ਦੀ ਲੜਾਈ ਆ ਤੇ 3 ਤਰੀਕੇ ਦੇ ਹੀ ਹੱਲ ਨੇ। ਸਭ ਤੋਂ ਪਹਿਲਾਂ ਤੁਸੀਂ ਪਰਮੇਸ਼ਰ ਦੇ ਅਧੀਨ ਹੋ ਜਾਓ, ਪਰਮੇਸ਼ਰ ਦੀ ਅਧੀਨਤਾ ਸਵੀਕਾਰ ਕਰ ਲਓ। ਦੂਸਰਾ, ਪਰਮੇਸ਼ਰ ਦੇ ਕੀ ਜਾਓ? ਨੇੜੇ ਜਾਓ। ਤੀਸਰਾ, ਪਰਮੇਸ਼ਰ ਦੇ ਅੱਗੇ ਦੀਨ ਹੋ ਜਾਓ। ਪ੍ਰਭੂ ਮੈਂ ਤੇਰੇ ਅੱਗੇ ਝੁਕਦਾ ਹਾਂ, ਮੈਂ ਤੇਰੇ ਅੱਗੇ ਸਰੈਂਡਰ ਕਰਦਾ ਹਾਂ, ਔਰ ਮੈਨੂੰ ਹੁਣ ਤੂੰ ਹੀ ਸੰਭਾਲ ਸਕਦਾ ਹੈ। ਤੇ ਜਿਹਨੂੰ ਪਰਮੇਸ਼ਰ ਸੰਭਾਲਦਾ ਨਾ, ਫਿਰ ਕੀ ਜਵਾਬ ਦਿੰਦਾ ਪਰਮੇਸ਼ਰ ਨੂੰ? ਕਹਿੰਦਾ ਮੈਂ ਤੈਨੂੰ ਆਪਣੀ ਹਥੇਲੀ ਤੇ ਕੀ ਕੀਤਾ ਹੋਇਆ ਆ? ਉਕਰਿਆ ਹੋਇਆ।
ਤੇ ਪਰਮੇਸ਼ਰ ਦੀ ਹਥੇਲੀ ਤੋਂ ਸਾਨੂੰ ਕੋਈ ਵੀ ਮਿਟਾ ਨਹੀਂ ਸਕਦਾ। ਫਿਰ ਕਹਿੰਦਾ ਮੈਂ ਹਮੇਸ਼ਾ ਕੀ ਹਾਂ ਤੇਰੇ ਨਾਲ ਹੈ। ਇਸ ਆਤਮਿਕ ਲੜਾਈ 'ਚ ਜਿੱਤਣਾ ਚਾਹੁੰਦੇ ਹੋ ਨਾ ਤੇ ਇੱਕ ਨਾਰਾ ਬਣਾ ਲਈਏ, ਪਰਮੇਸ਼ਰ ਦੇ ਅਧੀਨ ਹੋ ਜਾਈਏ, ਪਰਮੇਸ਼ਰ ਦੇ ਨੇੜੇ ਚਲੇ ਜਾਈਏ, ਪਰਮੇਸ਼ਰ ਦੇ ਅਧੀਨ ਹੋ ਜਾਈਏ। ਇਹ ਤਿੰਨ ਤਰੀਕੇ ਨੇ ਜਿਨ੍ਹਾਂ ਨਾਲ ਤੁਸੀਂ ਸਰੀਰ, ਸ਼ੈਤਾਨ ਔਰ ਸੰਸਾਰ ਤੇ ਕੀ ਪਾ ਸਕਦੇ ਹੋ? ਫਤਹ ਪਾ ਸਕਦੇ ਹੋ। ਇਹਨਾਂ ਤਿੰਨਾਂ ਤਰੀਕਿਆਂ ਨੂੰ ਅਪਣਾਓ। ਪਰਮੇਸ਼ਰ ਨੂੰ ਦੱਸਿਆ ਔਰ ਤੁਹਾਨੂੰ ਜਿੱਤ ਦਾ ਮੰਤਰ ਵੀ ਦੱਸਿਆ, ਤੁਹਾਨੂੰ ਜਿੱਤ ਦਾ ਫਾਰਮੂਲਾ ਵੀ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਜਿੱਤ ਕੀ ਕਰ ਸਕਦੇ ਹੋ, ਪਾ ਸਕਦੇ ਹੋ। ਪਰਮੇਸ਼ਰ ਦੇ ਇਹਨਾਂ ਵਚਨਾਂ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਕੋਈ ਵੀ ਪਰਦਾ ਨਹੀਂ ਰੱਖਦਾ। ਉਹ ਸਭ ਗੱਲਾਂ ਨੂੰ ਪੂਰੇ ਤਰੀਕੇ ਨਾਲ ਸਾਨੂੰ ਖੋਲ ਕੇ ਦੱਸਦਾ। ਸਾਡਾ ਵੈਰੀ ਕੌਣ ਆ ਔਰ ਅਸੀਂ ਕਿਹੜੇ ਤਰੀਕੇ ਨਾਲ ਉਹਦੇ ਤੇ ਕੀ ਪਾ ਸਕਦੇ ਹਾਂ? ਜਿੱਤ ਪਾ ਸਕਦੇ ਹਾਂ। ਤਾਂ ਆਈਏ ਥੋੜੀ ਦੇਰ ਆਪਣੇ ਆਪ ਨੂੰ ਇਹਨਾਂ ਵਚਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ, ਇਹਨਾਂ ਵਚਨਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਕਿ ਅਸੀਂ ਹੁਣ ਪਿਤਾ ਗਾਂ ਤੇਰੇ ਇਹਨਾਂ ਵਚਨਾਂ ਦੇ ਅਨੁਸਾਰ ਚੱਲਣ ਵਾਲੇ ਬਣੀਏ, ਤੇਰੇ ਅਧੀਨ ਹੋ ਜਾਈਏ, तेरे नज़दीक आइए और पिता तेरे दीन हो जाइए। अपने पापा नूं तेरे अगे मनण तो असी घबराइए ना, शर्माइए ना, क्योंकि तू साडे पाप माफ़ करेगा, तू साडी गलतियां साडियां कमजोरियां दूर करके सानू बल देवेगा। हालेलुया। प्रार्थना करांगे थोड़ी देर। धन्यवाद हो, धन्यवाद हो, धन्यवाद 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 धन्यवाद। असी आत्मिक युद्ध लड़ रहे हैं, ਅਸੀਂ ਪਰਮੇਸ਼ਰ ਦੇ ਸੈਨਿਕ ਉਹਦੇ ਯੋਧੇ ਹਾਂ ਔਰ ਪਰਮੇਸ਼ਰ ਕਹਿੰਦਾ ਮੇਰਾ ਸੈਨਿਕ ਕਦੇ ਹਾਰੇ ਨਾ, ਮੇਰਾ ਯੋਧਾ ਕਦੀ ਲੜਾਈ 'ਚ ਹਾਰੇ ਨਾ, ਮੇਰਾ ਯੋਧਾ ਲੜਾਈ 'ਚ ਫਤਿਹਮੰਦ ਹੋਵੇ। ਇਸ ਕਾਰਨ ਪਰਮੇਸ਼ਰ ਆਪਣੇ ਯੋਧਿਆਂ ਨੂੰ ਇਸ ਆਤਮਿਕ ਲੜਾਈ 'ਚ ਪੂਰਾ ਸਾਥ ਦੇ ਰਿਹਾ ਔਰ ਪੂਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਹੋ, धन्यवाद हो, धन्यवाद हो, धन्यवाद हो। तो ये गीत गावांगे, गीत नंबर 190। यीशु का योद्धा बनने को उसकी सेना में शामिल हुआ मैं। यीशु का योद्धा बनने को उसकी सेना में शामिल हुआ मैं। ऊंची बुलाहट सुनकर मैं निकल पड़ा उसकी सामत से। ऊंची बुलाहट सुनकर मैं निकल पड़ा उसकी सामत से। आत्मिक जंग लड़ूंगा मैं मेरे यीशु के नाम में। आत्मिक जंग लड़ूंगा मैं मेरे यीशु के नाम में। पाऊंगा उसके राज्य में अपने नाम को। पाऊंगा उसके राज्य में अपने नाम को। संसार और उसके मोह से शैतान धोखा देने आएगा। संसार और उसके मोह से शैतान धोखा देने आएगा। संसार की सारी महिमा पानी है, उसको त्याग कर आगे बढ़ूंगा। संसार की सारी महिमा पानी है, उसको त्याग कर आगे बढ़ूंगा। आत्मिक जंग लड़ूंगा मैं मेरे यीशु के नाम में। आत्मिक जंग लड़ूंगा मैं मेरे यीशु के नाम में। पाऊंगा उसके राज्य में अपने नाम को। पाऊंगा उसके राज्य में अपने
लड़ाई के मैदान में मेरी जान भी देनी पड़े, आत्मिक लड़ाई के मैदान में मेरी जान भी देनी पड़े, खुशी से मैं तैयार हूँ यीशु की सामर्थ से, खुशी से मैं तैयार हूँ यीशु की सामर्थ से। आत्मिक जंग लड़ूंगा मैं मेरे यीशु के नाम में, आत्मिक जंग लड़ूंगा मैं मेरे यीशु के नाम में, पाऊंगा उसके राज्य में अपने नाम को, पाऊंगा उसके राज्य में अपने नाम को। हालेलुया। तो आइए प्रार्थना करेंगे। सर्वशक्तिमान पिता परमेश्वर, ਅਸੀਂ ਤੇਰੇ ਆਤਮਿਕ ਯੋਧੇ ਹਾਂ, ਸਾਡਾ ਆਤਮਿਕ ਜੰਗ ਚੱਲ ਰਿਹਾ ਪਿਤਾ, ਸੰਸਾਰ, ਸ਼ੈਤਾਨ ਔਰ ਸਰੀਰ ਦੇ ਨਾਲ। ਪਿਤਾ ਇਹਨਾਂ ਉੱਪਰ ਫਤਹ ਪਾਉਣ ਦੇ ਲਈ ਤੂੰ ਸਾਨੂੰ ਬਲ ਵੀ ਦਿੱਤਾ ਹੋਇਆ ਪਿਤਾ। ਅੱਜ ਇੱਕ ਵਾਰੀ ਫੇਰ ਆਪਣੇ ਵਚਨਾਂ ਦੇ ਵਿੱਚ ਤੂੰ ਦੱਸਿਆ, ਜੇਕਰ ਇਹਨਾਂ ਤਿੰਨਾਂ ਦੁਸ਼ਮਣਾਂ ਉੱਤੇ ਅਸੀਂ ਫਤਹ ਪਾਉਣਾ ਚਾਹੁੰਦੇ ਹਾਂ, ਅਸੀਂ ਤੇਰੇ ਅਧੀਨ ਹੋ ਜਾਈਏ। ਜੇਕਰ ਇਹਨਾਂ ਦੁਸ਼ਮਣਾਂ ਉੱਤੇ ਅਸੀਂ ਫਤਹ ਪਾਉਣਾ ਚਾਹੁੰਦੇ ਹਾਂ, ਤੇਰੇ ਨਜ਼ਦੀਕ ਆ ਜਾਈਏ। ਜੇਕਰ ਇਹਨਾਂ ਉੱਪਰ ਅਸੀਂ ਫਤਹ ਪਾਉਣਾ ਚਾਹੁੰਦੇ ਹਾਂ ਪਿਤਾ, ਤੇਰੇ ਦੀਨ ਹੋ ਜਾਈਏ ਪਿਤਾ। ਇਹ ਜਿੰਨੇ ਵੀ ਤੇਰੇ ਲੋਕਾਂ ਨੇ ਵਚਨ ਸੁਣੇ ਨੇ, ਤੂੰ ਸਭਨਾਂ ਦੇ ਜੀਵਨ ਵਿੱਚ ਇਹ ਵਚਨ ਆਸ਼ੀਸ਼ਮਈ ਕਰੀ ਪਿਤਾ। ਇਹ ਵਚਨ ਤੇਰੇ ਬੱਚਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣਨ ਪਿਤਾ। ਧੰਨਵਾਦੀ ਹਾਂ ਅੱਜ ਦੀ ਸਭਾ ਦੇ ਲਈ ਤੁਸੀਂ ਆਪਣੇ ਹੱਥਾਂ 'ਚ ਲੈ ਕੇ ਚਲਾਇਆ। ਜੋ ਗੀਤ ਭਜਨ ਗਾਏ, ਜੋ ਆਰਾਧਨਾ ਪ੍ਰਾਰਥਨਾ ਕੀਤੀਆਂ ਗਈਆਂ, ਸਭ ਤੁਹਾਨੂੰ ਤੁਹਾਡੇ ਤੀਸਰੇ ਸਵਰ 'ਚ ਕਬੂਲ ਹੋਣ। ਔਰ ਅੱਜ ਦੇ ਵਚਨ ਦੁਆਰਾ ਤੁਸੀਂ ਇੱਕ ਇੱਕ ਨਾਲ ਬੋਲੇ ਔਰ ਗੱਲਬਾਤ ਕੀਤੀ। ਸਭ ਗੱਲਾਂ ਲਈ ਤੇਰਾ ਧੰਨਵਾਦ, ਔਰ ਸਭ ਗੱਲਾਂ ਦਾ ਆਦਰ ਮਹਿਮਾ ਜਲਾਲ ਵੀ ਅਸੀਂ ਤੈਨੂੰ ਹੀ ਦਿੰਦੇ ਪਿਤਾ। ਤੇਰੀ ਕਿਰਪਾ, ਤੇਰਾ ਫਜ਼ਲ ਸਾਡੇ ਸਾਰਿਆਂ ਦੇ ਨਾਲ ਹੋਵੇ। ਫਿਰ ਦੁਬਾਰਾ ਜਦੋਂ ਅਸੀਂ ਤੇਰੇ ਕਦਮਾਂ 'ਚ ਬੈਠੀਏ, ਇਸ ਤਰ੍ਹਾਂ ਤੂੰ ਸਾਡੇ ਨਾਲ ਬੋਲ ਔਰ ਗੱਲਬਾਤ ਕਰ ਪਿਤਾ। ਤਦ ਤੱਕ ਦੇ ਲਈ ਆਪਣੇ ਆਪ ਨੂੰ, ਸਾਰੀ ਕਲੀਸਿਆ ਨੂੰ ਤੁਹਾਡੇ ਬਰਾਬਰ ਹੱਥਾਂ ਸੌਂਪਦੇ ਹਾਂ। ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਭ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇ। ਵੀਰਵਾਰ ਫਿਰ ਅਸੀਂ 11 ਵਜੇ ਪਰਮੇਸ਼ਰ ਦਾ ਵਚਨ ਲੈ ਕੇ ਲਾਈਵ ਹੋਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ। ਤੁਹਾਡੇ ਸਭਨਾਂ ਤੇ ਪਰਮੇਸ਼ਰ ਦੀ ਕਿਰਪਾ ਬਣੀ ਰਹੇ, ਆਮੀਨ।